ਸਿਮਰੋ ਅੰਗਦ ਦੁਖ ਗੁਰੂ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੀ ਹਰ ਗੋਬਿੰਦ ਸ਼ੁਭ ਸੁਮਤ ਪਰ ਸ਼੍ਰੀ ਹਰਿ ਰਾਇ ਨਾਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪਨ ਜੀ ਪਨ ਬੰਦੋ ਬਾਰ ਜਗ ਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਸੋਰਠਾ ਸ਼੍ਰੀ ਗੁਰਮਇਆ ਨਿਧਾਨ ਗਤ ਹਿਤ ਸਾਲਸ ਰਾਏ ਕੋ ਕੀਨੋ ਸ਼ਬਦ ਬਖਾਨ ਭੋਜਨ ਕੇ ਪਰਥਾਏ ਪਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਪਹੇ ਤਾ ਅਵਗੁਣ ਸਭ ਛਪੇ। ਐਸੇ ਪਤਿਤ ਪਾਵਨ ਗੁਰੂ ਗਰੀਬ ਨਵਾਜ ਅੰਤਰਜਾਮੀ ਪਾਰ ਬ੍ਰਹਮ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਇਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਕਿ ਜਿਨ੍ਹਾਂ ਦੇ ਵੱਡੇ ਭਾਗ ਉਹੀ ਸਾਧੂ ਸੰਗਤ ਵਿੱਚ ਮੁਖੀ ਹੋ ਕੇ ਜੁੜ ਕੇ ਬੈਠਦੇ ਹਨ, ਜਾਂ ਉਹੀ ਪਿਆਰੇ ਮਨ ਰੂਪੀ ਮੁਖ ਨੂੰ ਜੋੜ ਕੇ ਸਾਵਧਾਨ ਇਕਾਗਰ ਚੀਤ ਹੋ ਕੇ ਬੈਠਦੇ ਹਨ। ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ। ਗੁਰਬਾਣੀ ਵਿੱਚ ਸਭ ਤੋਂ ਜ਼ਿਆਦਾ ਮਹਿਮਾ ਹੈ ਪਰਮਾਤਮਾ ਦੀ। ਦੂਜੀ ਮਹਿਮਾ ਹੈ ਨਾਮ ਦੀ ਕਿ ਨਾਮ ਜਪੋ ਨਾਮ ਜਪੋ। ਗੁਰੂ ਦੀ ਵਡਿਆਈ ਹੈ। ਜੇ ਉਸ ਤੋਂ ਬਾਅਦ ਕੋਈ ਮਹਿਮਾ ਹੈ ਤਾਂ ਸਾਧ ਸੰਗਤ ਦੀ ਹੈ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਇਹ ਸੰਗਤ ਦੀ ਵਡਿਆਈ ਹੈ। ਸਾਧੂ ਸੰਗ ਸਤ ਸੰਗ ਸਾਧ ਸੰਗ ਗੁਰਸਿੱਖਾਂ ਦੀ ਸੰਗਤ ਗੁਰੂ ਦੀ ਸੰਗਤ ਦੀ ਇਹ ਵਡਿਆਈ ਹੈ ਖਾਲਸਾ ਜੀਓ।
ਕਿ ਜਿੱਥੇ ਅੰਤਸ਼ਕਰਨ ਦੀ ਮੈਲ ਧੋਤੀ ਜਾਂਦੀ ਹੈ, ਮਨ ਦੀ ਮੈਲ ਸਾਫ਼ ਹੋ ਜਾਂਦੀ ਹੈ। ਇੱਥੇ ਆ ਕੇ ਦੁਨੀਆ 'ਚ ਹੋਰ ਕੋਈ ਜਗ੍ਹਾ ਨਹੀਂ, ਕੋਈ ਸਾਬਣ ਨਹੀਂ ਬਣਿਆ, ਕੋਈ ਪਾਣੀ ਨਹੀਂ ਬਣਿਆ ਜਿੱਥੇ ਮਨ ਦੀ ਮੈਲ ਧੋਤੀ ਜਾਵੇ। ਸਾਧ ਸੰਗਤ ਵਿੱਚ ਗੁਰੂ ਕੇ ਪਿਆਰੇ ਨਾਮ ਦੇ ਰੰਗ ਨਾਲ ਜਦੋਂ ਨਾਮ ਨੂੰ ਪ੍ਰੇਮ ਨਾਲ ਜਪਦੇ ਹਨ ਤੇ ਮਨ ਸ਼ੁੱਧ ਹੋ ਜਾਂਦਾ ਹੈ। ਉਹ ਧੋਪੈ ਨਾਵੈ ਕੈ ਰੰਗ, ਇਹ ਨਾਮ ਦਾ ਰੰਗ ਹੈ ਖਾਲਸਾ ਜੀਓ। ਜਿੱਥੇ ਆ ਕੇ ਨਿਤਾਂ ਪ੍ਰਤੀ ਆਪ ਜੀ ਗੁਰੂ ਦੀ ਵਡਿਆਈਆਂ ਕਥਾ ਕਹਾਣੀਆਂ ਸਰਵਣ ਕਰਦੇ ਹੋ। ਪਿਛਲੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ, ਧੰਨ ਗੁਰੂ ਨਾਨਕ ਮਹਾਰਾਜ ਸਾਲਸਰਾਏ ਜੋਹਰੀ ਨੂੰ ਪਾਤਸ਼ਾਹ ਨੇ ਦਰਸ਼ਨ ਦਿੱਤੇ। ਉਸ ਤੋਂ ਪਹਿਲਾਂ ਉਹਦਾ ਨੌਕਰ ਹੈ ਅਧਰਕਾ, ਉਹਨੇ ਸ਼ਰਧਾ ਭਾਵਨਾ ਨਾਲ ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ, ਮੱਥਾ ਟੇਕਿਆ, ਉਹਦੇ ਵੀ ਕਪਾਟ ਖੁੱਲਣੇ ਸ਼ੁਰੂ ਹੋ ਗਏ। ਉਹ ਪਾਤਸ਼ਾਹ ਦੇ ਕੋਲ ਹੀ ਆ ਕੇ ਬੈਠ ਗਿਆ। ਫਿਰ ਜ਼ੋਰੀ ਜੀ ਆਏ, ਆ ਕੇ ਦਰਸ਼ਨ ਕੀਤੇ ਪਾਤਸ਼ਾਹ ਦੇ। ਕਹਿਣ ਲੱਗਾ ਮਹਾਰਾਜ ਪ੍ਰਸ਼ਾਦਾ ਛਕੋ। ਪਾਤਸ਼ਾਹ ਕਹਿੰਦੇ ਜੋਹਰੀ ਜੀ ਤੁਸੀਂ ਜੋਹਰੀ ਹੋ? ਕਹਿੰਦਾ ਮਹਾਰਾਜ ਕੁਛ ਹਾਂ। ਗੁਰੂ ਪਾਤਸ਼ਾਹ ਕਹਿੰਦੇ ਅਸਲ ਲਾਲ ਦੀ ਪਛਾਣ ਕਰਨੀ ਆਉਂਦੀ ਹੈ? ਚੁੱਪ ਹੋ ਗਿਆ ਵੀ ਹੁਣ ਸਿੱਖਿਆ ਮਿਲੇਗੀ, ਹੁਣ ਗਿਆਨ ਮਿਲੇਗਾ। ਜਦੋਂ ਬ੍ਰਹਮ ਗਿਆਨੀ ਕੋਲ ਬੈਠੋ ਨਾ ਤੇ ਅੱਗੇ ਤੋਂ ਬੋਲੀ ਦਾ ਨਹੀਂ। ਕੀ ਕਹੋ ਜੀ ਮਹਾਰਾਜ ਬਚਨ ਕਰੋ ਕੋਈ। ਤੇ ਪਾਤਸ਼ਾਹ ਦੇ ਕੋਲ ਬੈਠਿਆ, ਕਹਿੰਦਾ ਪਾਤਸ਼ਾਹ ਹੁਕਮ ਕਰੋ, ਕੋਈ ਉਪਦੇਸ਼ ਦੇਵੋ ਕਿ ਅਸਲ ਲਾਲ ਕੀ ਹੁੰਦਾ ਹੈ। ਤੇ ਅਸਲ ਲਾਲ ਨਾਮ ਬਾਰੇ, ਆਤਮਾ ਬਾਰੇ, ਪਰਮਾਤਮਾ ਬਾਰੇ ਪਾਤਸ਼ਾਹ ਨੇ ਗਿਆਨ ਬਖਸ਼ਿਸ਼ ਕੀਤਾ। ਪਾਤਸ਼ਾਹ ਕਹਿੰਦੇ ਸਾਲਸਰਾਏ ਧਿਆਨ ਰੱਖੀ, ਇਹ ਮਨ ਡੱਡੂ ਹੈ, ਡੱਡੂ ਬਣ ਕੇ ਇਹ ਜਾਲਾ ਖਾਂਦਾ ਹੈ, ਵਿਸ਼ੇ ਵਿਕਾਰਾਂ ਵੱਲ ਜਾਂਦਾ ਹੈ। ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਵੀ ਇਹ ਮਨ ਡੱਡੂ ਬਣ ਕੇ ਜਾਲਾ ਖਾਂਦਾ ਹੈ ਤੇ ਭੌਰਾ ਦੂਰੋਂ ਆ ਕੇ ਕਮਲ ਦੀ ਸਾਰ ਪ੍ਰਾਪਤ ਕਰਦਾ ਹੈ, ਉੱਥੋਂ ਮਕਰੰਦ ਰਸ ਲੈ ਜਾਂਦਾ ਹੈ। ਤਾਨੋ ਗੁਰੂ ਕੇ ਪਿਆਰੇ ਹਨ ਜਿਹੜੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ, ਸੰਗਤ ਵਿੱਚ ਆ ਕੇ ਨਾਮ ਰਸ ਨੂੰ ਪ੍ਰਾਪਤ ਕਰਦੇ ਹਨ। ਇਹ ਵੀ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ। ਸਾਲਸਰਾਏ ਦਾ ਮਨ ਹੁਣ ਨੀਵਾਂ ਹੋਣ ਲੱਗਾ ਖਾਲਸਾ ਜੀ। ਤੇ ਸਾਲਸਰਾਏ ਕਹਿਣ ਲੱਗਾ ਪਾਤਸ਼ਾਹ ਲੰਗਰ ਛਕੋ, ਭੋਜਨ ਛਕੋ। ਤੇ ਮਹਾਰਾਜ ਹੁਣ ਅਸਲ ਭੋਜਨ ਬਾਰੇ ਉਹਨੂੰ ਸਿੱਖਿਆ ਦੇਣ ਲੱਗੇ। ਜਦੋਂ ਉਹਨੇ ਭੋਜਨ ਦੀ ਗੱਲ ਕੀਤੀ, ਲੰਗਰ ਛਕੋ ਪਾਤਸ਼ਾਹ, ਮਰਦਾਨਾ ਥੱਲੇ ਬੈਠਾ ਸੋਚੀ ਜਾ ਰਿਹਾ ਕਦੋਂ ਲੰਗਰ ਦੀ ਗੱਲ ਹੋਵੇਗੀ, ਕਦੋਂ ਮੇਰਾ ਢਿੱਡ ਭਰੇਗਾ। ਜਦੋਂ ਲੰਗਰ ਦੀ ਗੱਲ ਛੇੜੀ ਨਾ, ਮਰਦਾਨੇ ਨੂੰ ਥੋੜਾ ਅੰਦਰ ਥੋੜਾ ਸਵਾਦ ਆਉਣ ਲੱਗਾ ਵੀ ਹੁਣ ਗੱਲ ਬਣ ਗਈ ਆਪਣੀ। ਉਹ ਲੰਗਰ ਦੀ ਗੱਲ ਛਿੜੀ ਹੈ ਤੇ ਮੇਰਾ ਢਿੱਡ ਭਰ ਜਾਵੇਗਾ। ਤੇ ਪਾਤਸ਼ਾਹ ਹੁਣ ਉਹਨੂੰ ਵੀ ਤਾਂ ਖਾਲਸਾ ਜੀਓ ਨਾਮ ਰਸ ਦਾ ਭੋਜਨ ਪਹਿਲਾਂ ਹੀ ਚਕਾਇਆ ਮਹਾਰਾਜ ਜੀ ਨੇ, ਕੇਵਲ ਸਾਨੂੰ ਸਮਝਾਉਣ ਲਈ, ਦੁਨੀਆ ਨੂੰ ਤਾਰਨ ਲਈ ਪਾਤਸ਼ਾਹ ਜੀ ਮਰਦਾਨੇ ਨੂੰ ਭੁੱਖ ਲਵਾ ਰਹੇ ਹਨ। ਆਓ ਅਸਲ ਨਾਮ ਦਾ ਭੋਜਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਹੈ, ਆਓ ਛਕਣ ਲਈ ਸਾਰੇ ਤਿਆਰ ਹੋਈਏ, ਆਪਣੀ ਸੁਰਤੀ ਬਿਰਤੀ ਗੁਰੂ ਚਰਨਾਂ ਨਾਲ ਜੋੜੀਏ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ, ਆਤਮ ਸਰੂਪ ਦਾ ਧਿਆਨ ਧਰ ਕੇ, ਜੋਤ ਸਰੂਪ ਦਾ ਧਿਆਨ ਧਰ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਖਾਲਸਾ ਜੀਓ ਆਪਣੇ ਨੇਤਰਾਂ ਸਾਹਮਣੇ ਲਿਆ ਕੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜੀ। ਸੋਰਠਾ ਸ਼੍ਰੀ ਗੁਰਮਇਆ ਨਿਧਾਨ ਗਤ ਹਿਤ ਸਾਲਸ ਰਾਏ ਕੋ। ਧੰਨ ਗੁਰੂ ਨਾਨਕ ਮਹਾਰਾਜ ਜੋ ਮਇਆ ਨਿਧਾਨ ਹਨ, ਕਿਰਪਾ ਦੇ ਖਜ਼ਾਨੇ ਹਨ ਪਾਤਸ਼ਾਹ। ਐਸੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਸਰਸਾਲਸ ਰਾਏ ਦਾ ਬੇੜਾ ਪਾਰ ਕਰਨ ਲਈ, ਉਹਨੂੰ ਮਹਾਰਾਜ ਜੀ ਨੇ ਆਤਮ ਗਿਆਨ ਦੇਣ ਲਈ ਕੀਨੋ ਸ਼ਬਦ ਬਖਾਨ ਭੋਜਨ ਕੇ ਪਰਛਾਏ ਪਰ। ਇਹ ਸ਼ਬਦ ਪਾਤਸ਼ਾਹ ਨੇ ਉਚਾਰਨ ਕੀਤਾ ਕਿ ਅਸਲ ਭੋਜਨ ਕੀ ਹੈ। ਉਸ ਭੋਜਨ ਤੇ ਪਰਛਾਏ ਮਹਾਰਾਜ ਜੀ ਨੇ ਇਹ ਪਾਵਨ ਪੰਕਤੀਆਂ ਉਚਾਰਨ ਕੀਤੀਆਂ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਵਿੱਚ ਭਾਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਨਹੀਂ, ਪਰ ਜਨਮ ਸਾਖੀ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਹੋਰ ਗੁਰੂ ਕੇ ਪਿਆਰਿਆਂ ਨੇ ਇਹਨੂੰ ਇਸ ਤਰ੍ਹਾਂ ਲਿਖਿਆ ਹੈ। ਪ੍ਰੀਤ ਪਕਵਾਨ ਸੋ ਭੋਜਨ ਕਹੀ ਹੈ। ਪਾਤਸ਼ਾਹ ਕਹਿਣ ਲੱਗੇ ਸਾਲਸ ਰਾਏ ਭੋਜਨ ਕੀ ਹੁੰਦਾ ਹੈ? ਜਿਸ ਭੋਜਨ ਵਿੱਚ ਸਵਾਦ ਹੋਵੇ। ਪ੍ਰੀਤ ਪਕਵਾਨ ਸੋ ਭੋਜਨ ਕਹੀਐ ਕਿ ਜਿਹੜਾ ਭੋਜਨ ਹੈ ਉਹਨੂੰ ਸਵਾਦ ਨਾਲ ਖਾਣਾ ਤਾਂ ਹੀ ਚੰਗਾ ਲੱਗਦਾ ਹੈ। ਰੱਬ ਨਾਲ ਪਿਆਰ ਪਾਣਾ, ਪਿਆਰ ਨਾਲ ਜਪਣਾ ਵਾਹਿਗੁਰੂ, ਇਹ ਭੋਜਨ ਬਣ ਜਾਂਦਾ ਹੈ। ਜਿੱਥੇ ਪਿਆਰ ਨਹੀਂ, ਸ਼ਰਧਾ ਭਾਵਨਾ ਨਹੀਂ, ਪ੍ਰੇਮ ਨਹੀਂ, ਉਹ ਭੋਜਨ ਨਹੀਂ ਹੈ। ਅਸਲ ਭੋਜਨ ਹੈ ਪ੍ਰੀਤ। ਜਿੱਥੇ ਪ੍ਰੀਤ ਹੈ ਪ੍ਰਮਾਤਮਾ ਦੇ ਨਾਮ ਨਾਲ, ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੀਤ ਹੀ ਅਸਲ ਪਕਵਾਨ ਹੈ, ਇਹ ਭੋਜਨ ਹੈ। ਲੁਚੀ ਲੋਚਾ ਪੂਰੀ। ਤੇ ਜਿਹੜੀਆਂ ਪੂੜੀਆਂ ਆਦੀਆਂ ਖਾਣੀਆਂ ਉਹ ਕੀ ਹੈ? ਉਹ ਨਾਮ ਜਪਦਿਆਂ ਜਪਦਿਆਂ ਜਿਹਦੀ ਅੰਦਰਲੀ ਤਰੰਗ ਪੂਰੀ ਹੋ ਜਾਵੇ, ਲੋਚਾ ਪੂਰੀ ਹੋ ਜਾਵੇ ਕਿ ਮੇਰੇ ਮਨ ਵਿੱਚ ਹੋਰ ਨਾਮ ਦੀ ਲਾਲਸਾ ਆਵੇ, ਹੋਰ ਮੈਂ ਨਾਮ ਨਾਲ ਜੁੜਾਂ, ਕਿ ਹੋਰ ਪ੍ਰੇਮ ਭਾਵਨਾ ਆਵੇ। ਇਹ ਜਿਹੜੀਆਂ ਪੂੜੀਆਂ ਹਨ ਇਹ ਅਸਲ ਲੋਚਾ ਪੂਰੀ ਕਰਨੀ ਖਾਲਸਾ ਜੀਓ। ਇਹ ਪੂੜੀ ਆਦਿ ਖਾਣਾ ਹੈ। ਮਿਠਿਆਈ ਮੁਖ ਹਰ ਹਰ ਬੋਲੇ। ਤੇ ਉਸ ਤੋਂ ਬਾਅਦ ਫਿਰ ਮਠਿਆਈ ਖਾਉਂਦੇ ਖਾਲਸਾ ਜੀਓ। ਖੀਰ ਆਦਿ ਖਾਣੀ, ਮਠਿਆਈ ਖਾਣੀ, ਉਹ ਕੀ ਹੈ? ਮੁਖ ਹਰ ਹਰ ਬੋਲੇ। ਮੁਖ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਮਠਿਆਈ ਹੈ। ਤਾਂ ਮਨ ਰਹਿ ਹਜੂਰੀ। ਤੇ ਮਨ ਗੁਰੂ ਚਰਨਾਂ ਵੱਲ ਜੁੜਿਆ ਰਵੇ, ਤਾਂ ਮਨ ਰਹਿ ਹਜੂਰੀ। ਇਹ ਮਨ ਗੁਰੂ ਚਰਨਾਂ ਦੇ ਹਜੂਰ ਰਵੇ, ਗੁਰੂ ਚਰਨਾਂ ਨਾਲ ਜੁੜਿਆ ਰਵੇ। ਸੁਣ ਸਾਲਸ ਤੂੰ ਭਾਈ ਮੇਰੇ। ਉਹ ਭਰਾਵਾ ਸਾਲਸ ਰਾਏ ਸੁਣ, ਤੁਸੀਂ ਸਾਡੇ ਭਰਾ ਹੀ ਹੋ। ਏਕ ਪਿਤਾ ਏਕਸ ਕੇ ਹਮ ਬਾਰਕ। ਅਸੀਂ ਇੱਕ ਪਿਤਾ ਪਰਮਾਤਮਾ ਦੀ ਔਲਾਦ ਹਾਂ। ਐ ਮੇਰੇ ਸਾਲਸ ਰਾਏ ਭਰਾ, ਤੂੰ ਵੀ ਸੁਣ ਲੈ ਚੰਗੀ ਤਰ੍ਹਾਂ। ਸਮਝ ਪਰੀ ਤਾਂ ਹੋਏ ਨਬੇਰੇ। ਜੇ ਅਸਲ ਭੋਜਨ ਦੀ ਸਮਝ ਆ ਗਈ ਨਾ ਤਾਂ ਨਿਬੇੜਾ ਹੁੰਦਾ ਹੈ, ਬਸ ਤਾਂ ਮੁਕਤੀ ਹੁੰਦੀ ਵੀ ਅਸਲ ਭੋਜਨ ਕੀ ਹੈ। ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਰੱਜ ਰੱਜ ਕੇ ਭੋਜਨ ਖਾਓ, ਰੱਜ ਰੱਜ ਕੇ ਨਾਮ ਜਪੋ, ਤੇ ਨਾਮ ਜਪਦਿਆਂ ਸ਼ਰਧਾ ਭਾਵਨਾ ਰੱਖੋ, ਪ੍ਰੇਮ ਰੱਖੋ। ਇਹ ਭੋਜਨ ਹੈ। ਜਿਸ ਨੂੰ ਇਸ ਭੋਜਨ ਦੀ ਸਮਝ ਆ ਗਈ ਉਹਦਾ ਨਿਬੇੜਾ ਹੋ ਗਿਆ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅਗਾਂਹ ਫਰਮਾਨ ਕਰਦੇ ਹਨ। ਮੇਵਾ ਮਿਲਣ ਤੁਮਾਰਾ ਕਹੀ ਹੈ। ਐ ਰੱਬ ਜੀ ਮੇਵਾ ਮਿਲਣ, ਮੇਵਾ ਕੀ ਹੈ? ਕਿ ਰੱਬ ਨਾਲ ਮਿਲਣਾ ਹੈ ਬਸ। ਜੇ ਨਾਮ ਜਪਦਿਆਂ ਜਪਦਿਆਂ ਰੱਬ ਨਾਲ ਮਿਲ ਗਏ, ਇਹ ਮੇਵਾ ਹੈ। ਇਹ ਮੇਵਾ ਆਦਿ ਖਾਣਾ ਹੈ। ਸਤ ਕੇ ਬਾਗੇ ਜੋੜੇ। ਤੇ ਫਿਰ ਖਾਲਸਾ ਜੀ ਬਸਤਰ ਆਦਿਕ ਵੀ ਸੇਵਾ ਕਰਦੇ ਬਾਅਦ ਵਿੱਚ। ਉਹ ਕੀ ਹੈ? ਸਤ। ਸਤ ਪਰਮੇਸ਼ਰ ਨਾਲ ਜੁੜ ਗਏ, ਸਤ ਵਿੱਚ ਇੱਕ ਮਿਕ ਹੋ ਗਏ।
ਇਹ ਬਾਗੇ ਜੋੜੇ ਹਨ, ਇਹ ਬਸਤਰ ਆਦਿਕ ਹਨ। ਆਵਣ ਖਾਏ ਅਗਾਵੈ ਸੋਈ, ਜਿਹੜਾ ਇਸ ਤਰ੍ਹਾਂ ਦਾ ਭੋਜਨ ਖਾ ਕੇ ਰੱਜ ਜਾਵੇ, ਜੋ ਬਿਖਤੇ ਮਨੁਆ ਮੋੜੇ। ਉਹ ਅਸਲ ਭੋਜਨ ਕੀ ਹੈ? ਜੋ ਬਿਖਤੇ ਮਨੁਆ ਮੋੜੇ। ਜਿਹੜਾ ਜ਼ਹਿਰ ਤੋਂ, ਵਿਸ਼ੇ ਵਿਕਾਰਾਂ ਤੋਂ, ਮਾਇਆ ਤੋਂ ਆਪਣਾ ਮਨ ਮੋੜ ਲਵੇ, ਉਹ ਮਨੋਂ ਖਾ ਕੇ ਰੱਜ ਗਿਆ। ਬਸ ਕਿ ਵਿਸ਼ੇ ਵਿਕਾਰਾਂ ਦਾ ਭੋਜਨ ਨਾ ਖਾਵੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਬਖੀਲੀ, ਦਵੈਸ਼, ਨਿੰਦਾ ਆਦਿ ਇਹਨਾਂ ਵਿਸ਼ੇ ਵਿਕਾਰਾਂ ਤੋਂ ਆਪਣਾ ਮਨ ਮੋੜਨਾ, ਇਹੀ ਅਸਲ ਖਾਣਾ ਹੈ। ਜੋ ਪਈ ਸਾਲਸ ਰਾਏ ਸੰਗ ਜੋ ਦਾਸੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਪਹਿਲਾ ਬਖਸ਼ਿਸ਼ ਕਿਸ ਤੇ ਹੋਈ? ਸਾਲਸ ਰਾਏ ਨਾਲ ਜਿਹੜਾ ਉਹਦਾ ਦਾਸ ਸੀ ਨਾ, ਉਹਦਾ ਨਾਮ ਸੀ ਅਧਰਕਾ। ਉਹ ਦਾਸ ਜਿਹੜਾ ਅਧਰਕਾ ਪਹਿਲਾ ਭੋਜਨ ਲੈ ਕੇ ਆਇਆ ਸੀ। ਸੁਨ ਬਚ ਨਿਰਮਲ ਭਾ ਮਨ ਆਸੋ। ਜਦੋਂ ਉਹਨੇ ਬਚਨ ਸੁਣਿਆ ਨਾ, ਉਹਦਾ ਮਨ ਸ਼ੁੱਧ ਹੋ ਗਿਆ। ਉਹਦਾ ਮਨ ਹੁਣ ਗਿਆਨ ਨਾਲ ਲੀਨ ਹੋ ਗਿਆ। ਆਤਮ ਰਸ ਉਹਦੇ ਅੰਦਰੋਂ ਜਾਗਣ ਲੱਗਾ। ਪਦ ਬੰਧਨ ਕੀ ਨੀ ਅਸ਼ਟਾਂਗਾ। ਉਹਨੇ ਉਸੇ ਵੇਲੇ ਅਸ਼ਟਾਂਗ, ਸਰੀਰ ਦੇ 8 ਅੰਗ ਜਦੋਂ ਗੁਰੂ ਚਰਨਾਂ ਵੱਲ ਜੁੜਦੇ ਹਨ, ਝੁਕਦੇ ਹਨ, ਉਹਨੂੰ ਕਹਿੰਦੇ ਅਸ਼ਟਾਂਗ। ਉਹਨੇ ਅਸ਼ਟਾਂਗ ਬੰਦਨਾ ਪਹਿਲਾਂ ਕੀਤੀ ਗੁਰੂ ਚਰਨਾਂ ਉੱਤੇ। ਸ਼ਰਨ ਸ਼ਰਨ ਕਹਿ ਪਰਾਸ ਭਾਗਾ। ਕਪਾਟ ਖੁੱਲ ਗਏ ਹੁਣ ਪਾਤਸ਼ਾਹ ਦੇ ਦਰਸ਼ਨ ਕਰਕੇ, ਅੰਮ੍ਰਿਤਮਈ ਬਚਨ ਸੁਣ ਕੇ। ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਸ਼ਰਨ, ਤੁਹਾਡੇ ਚਰਨਾਂ ਦੀ ਸ਼ਰਨ ਪਾਤਸ਼ਾਹ। ਰੱਖ ਲੋ ਰੱਖ ਲੋ, ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੀ। ਰੱਖ ਲੋ ਮੇਰੇ ਦਾਤੇ ਪਾਤਸ਼ਾਹ, ਰੱਖ ਲੋ। ਤੁਮ ਪਰਮੇਸ਼ਰ ਜਾਣੇ ਮੋਹੀ। ਪਾਤਸ਼ਾਹ ਮੈਂ ਜਾਣ ਲਿਆ ਤੁਸੀਂ ਪਰਮੇਸ਼ਰ ਹੋ। ਬਸ ਮੋਹੀ ਕਹਿੰਦੇ ਮੈਂ ਜਾਣ ਲਿਆ। ਅਧਰਕਾ ਨੌਕਰ ਕਹਿਣ ਲੱਗਾ, ਰੱਬ ਜੀ, ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਮਹਾਰਾਜ ਸੰਤ ਜੀ, ਅੱਜ ਮੈਂ ਜਾਣਿਆ, ਅੱਜ ਸਮਝ ਆਈ ਤੁਸੀਂ ਪਰਮੇਸ਼ਰ ਹੋ। ਦੀਨ ਦਿਆਲ ਨਾਮ ਹੈ ਤੋਹੀ। ਤੁਹਾਡਾ ਨਾਮ ਹੈ ਦੀਨਾ ਤੇ ਦਇਆ ਕਰਨ ਵਾਲੇ ਪ੍ਰਮਾਤਮਾ ਸਰੂਪ। ਦੀਨ ਦਿਆਲ ਇਹ ਤੁਹਾਡਾ ਬਿਰਦ ਹੈ। ਜਿਹੜਾ ਕੋਈ ਨੀਵਾਂ ਹੋਵੇ, ਦਾਸ ਹੋਵੇ, ਨੌਕਰ ਹੋਵੇ, ਨਿਮਰਤਾ ਵਾਲਾ ਹੋਵੇ, ਤੁਸੀਂ ਉਸ ਤੇ ਦਇਆ ਪਹਿਲਾਂ ਕਰਦੇ ਹੋ। ਜਗਤ ਅਗਨ ਤੇ ਜਲਤ ਉਬਾਰ ਹੋ। ਐ ਪਾਤਸ਼ਾਹ, ਇਹ ਦੁਨੀਆ ਸੜ ਰਹੀ ਹੈ, ਇੱਥੇ ਅੱਗ ਦਾ ਸਾਗਰ ਹੈ, ਮਾਇਆ ਦਾ ਸਾਗਰ ਹੈ ਮਹਾਰਾਜ। ਇਸ ਮਾਇਆ ਦੇ ਸਾਗਰ ਤੋਂ ਪਾਤਸ਼ਾਹ ਬਾਹਰ ਕੱਢ ਲੋ ਮਹਾਰਾਜ। ਪਾਤਸ਼ਾਹ ਮੈਨੂੰ ਉਬਾਰ ਲੋ, ਬਾਹਰ ਕੱਢ ਲੋ, ਬੇੜਾ ਪਾਰ ਕਰੋ। ਆਪਨ ਨਾਮ ਕੋ ਬਿਰਦ ਸੰਭਾਰ ਹੋ। ਤੇ ਆਪਣੇ ਨਾਮ ਦਾ ਬਿਰਦ ਸੰਭਾਲੋ ਪਾਤਸ਼ਾਹ। ਤੁਹਾਡਾ ਮੁੱਢ ਕਦੀਮੀ ਧਰਮ ਹੈ ਕਿ ਪਾਤਸ਼ਾਹ ਜਿਹੜਾ ਤੁਹਾਡਾ ਨਾਮ ਜਪਦਾ ਹੈ, ਤੁਸੀਂ ਉਸ ਤੇ ਬੇੜਾ ਉਹਦਾ ਜ਼ਰੂਰ ਕਰਦੇ ਹੋ, ਜ਼ਰੂਰ ਉਸ ਤੇ ਰਹਿਮਤ ਕਰਦੇ ਹੋ। ਸੁਨ ਕਰ ਤੇ ਪਰ ਗੁਰੂ ਪ੍ਰਸੀਜੇ। ਉਸ ਅਧਰਕੇ ਦਾ ਖਾਲਸਾ ਜੀ ਇਹ ਅੰਮ੍ਰਿਤਮਈ ਚਰਨਾਂ ਤੇ ਪੈਣਾ, ਉਹਦੀ ਬੇਨਤੀ ਸੁਣ ਕੇ ਮਹਾਰਾਜ ਬੜੇ ਖੁਸ਼ ਹੋਏ। ਜਨਮ ਮਰਨ ਜਗ ਕੇ ਕਟ ਦੀਜੇ। ਤੇ ਖਾਲਸਾ ਜੀ ਉਸੇ ਵੇਲੇ ਹੀ ਉਹਦੀ ਬੇਨਤੀ ਜਦੋਂ ਹੋਈ ਨਾ, ਮਹਾਰਾਜ ਮੇਰਾ ਜਨਮ ਮਰਨ ਦਾ ਬੰਧਨ ਕੱਟ ਦੋ। ਤੇ ਪਾਤਸ਼ਾਹ ਨੇ ਬਸ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਇੱਕ ਕਿਰਪਾ ਕੀਤੀ, ਮਿਹਰ ਭਰੀ ਨਿਗਾਹ ਕੀਤੀ, ਫਜ਼ਲ ਦੀ ਨਿਗਾਹ ਕਰਕੇ ਪਾਤਸ਼ਾਹ ਨੇ ਉਹਦੇ ਸਾਰੇ ਦੁੱਖ ਦੂਰ ਕਰ ਦਿੱਤੇ। ਪੌੜੀ ਅਪਰ ਸ਼ਬਦ ਕੀ ਭਾਖੀ। ਤੇ ਖਾਲਸਾ ਜੀ ਉਹਦਾ ਤੇ ਬੇੜਾ ਪਾਰ ਹੋ ਗਿਆ। ਬਸ ਹੁਣ ਉਸੇ ਸ਼ਬਦ ਦੀ ਦੂਜੀ ਦੋ ਪਦੇ, ਦੂਜੀ ਪੌੜੀ ਉਹ ਮਹਾਰਾਜ ਜੀ ਨੇ ਉਚਾਰਨ ਕੀਤੀ। ਜਿਹ ਸੁਨ ਸ਼ਾਹ ਭਇਓ ਗਤ ਕਾਂਖੀ। ਜਿਸ ਨੂੰ ਸੁਣ ਕੇ ਹੁਣ ਸਾਲਸ ਰਾਏ ਉਹਦੇ ਮਨ ਦੀ ਤਮੰਨਾ ਜਾਗ ਪਈ। ਪਹਿਲਾਂ ਕਿਰਪਾ ਹੋਈ ਨੌਕਰ ਉੱਤੇ ਖਾਲਸਾ ਜੀ, ਇਹਨੂੰ ਕਹਿੰਦੇ ਗੁਰੂ ਦੀ ਗੱਤ। ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਰੱਬ ਕੀੜੀ ਦੀ ਪੁਕਾਰ ਪਹਿਲਾਂ ਸੁਣਦਾ, ਹਾਥੀ ਦੀ ਚਿੰਗਾਰ ਬਾਅਦ ਵਿੱਚ ਸੁਣਦਾ ਹੈ। ਹਾਥੀ ਕਹਿੰਦੇ ਵੱਡਾ ਮਾਲਕ, ਅਹੰਕਾਰੀ,
ਥੋੜਾ ਜਿਹਾ ਮਾਣ ਵਾਲਾ ਕਿ ਮੈਂ ਮਾਲਕ ਹਾਂ, ਤੇ ਕੀੜੀ ਨਿਮਰਤਾ ਵਾਲਾ, ਦਾਸ, ਪਿਆਰਾ, ਨੀਵਾ, ਗਰੀਬ, ਦੀਨ। ਉਹ ਦੀਨ ਦੀ ਪੁਕਾਰ ਪਹਿਲਾਂ ਸੁਣ ਲਈ ਖਾਲਸਾ ਜੀ। ਜਿਹਨੇ ਪਹਿਲਾਂ ਆ ਕੇ ਨਤਮਸਤਕ ਆ ਕੇ ਚਰਨਾਂ ਦੇ ਸੀਸ ਝੁਕਾਇਆ, ਉਸ ਤੇ ਬਖਸ਼ਿਸ਼ ਪਹਿਲਾਂ ਹੋਗੀ। ਪਹਿਲਾਂ ਉਸ ਤੇ ਬਖਸ਼ਿਸ਼ ਹੋਈ, ਹੁਣ ਬਖਸ਼ਿਸ਼ ਹੋਣ ਲੱਗੀ ਸਾਲ ਸਰਾਏ ਉੱਤੇ। ਤੇ ਮਹਾਰਾਜ ਜੀ ਨੇ ਇਹ ਦੋ ਪਦੇ ਫਿਰ ਉਚਾਰਨ ਕੀਤੇ। ਊਤਮ ਜਨਮ ਸੁਸਾਖਤ ਕਹੀਐ। ਪਾਤਸ਼ਾਹ ਕਹਿਣ ਲੱਗੇ ਸੁਣੋ ਸਾਲ ਸਰਾਏ ਜੀ, ਜਿਹੜਾ ਬੰਦਾ ਉੱਚੀ ਕੁਲ ਵਿੱਚ ਜਨਮ ਲਵੇ ਕਿ ਮੇਰੀ ਕੁਲ ਉੱਚੀ ਹੈ, ਮੈਂ ਅਮੀਰ ਹਾਂ, ਮੈਂ ਵੱਡਾ ਹਾਂ, ਸੋ ਸਾਕਤ ਕਹੀ ਹੈ, ਉਹਨੂੰ ਮਨਮੁਖ ਕਹਿੰਦੇ ਹਨ। ਸੋ ਉਹ ਸਾਕਤ ਸ਼ਕਤੀ ਦਾ ਪੁਜਾਰੀ, ਸ਼ਾਕਤ ਜਿਹੜਾ ਮਾਇਆ ਦਾ ਪੁਜਾਰੀ ਹੋਵੇ, ਮਨਮੁਖ ਬਿਰਤੀ ਵਾਲਾ ਹੋਵੇ, ਐਸਾ ਜਿਹੜਾ ਹੰਕਾਰੀ ਕਵੇ ਜੀ ਮੇਰਾ ਜਨਮ ਉੱਤਮ ਕੁਲ ਵਿੱਚ ਹੋਇਆ ਹੈ, ਮੇਰੀ ਵੱਡੀ ਕੁਲ ਹੈ, ਜਿਹੜਾ ਆਪਣੀ ਕੁਲ ਦਾ ਹੀ ਮਾਣ ਕਰਦਾ ਹੈ, ਉਹ ਮਨਮੁਖ ਆਖਿਆ ਜਾਂਦਾ ਹੈ। ਨੀਚ ਨਰਾਇਣ ਪਾਇਆ। ਤੇ ਜਿਹੜਾ ਨੀਵਾ ਹੋ ਜੇ, ਨੀਚ ਨਰਾਇਣ ਪਾਇਆ। ਨਿਮਰਤਾ ਵਾਲਾ ਹੈ, ਅਹੰਕਾਰ ਨਾ ਕਰੇ, ਉਸ ਅਕਾਲ ਪੁਰਖ ਦੇ ਪਿਆਰੇ ਨੇ ਰੱਬ ਨੂੰ ਪਾ ਲਿਆ। ਨੀਚ ਉਸ ਨੀਵੇਂ ਨੇ, ਉਸ ਨਿਮਰਤਾ ਵਾਲੇ ਨੇ। ਪਰਮਾਤਮਾ ਜੋ ਨਾਰ ਆਇਣ ਹੈ, ਪਾਣੀ ਵਿੱਚ ਜਿਹਦਾ ਘਰ ਹੈ, ਨਾਰ ਕਹਿੰਦੇ ਸਹਿਰਗ ਨਾੜੀ, ਜਿਸ ਸਹਿਰਗ ਵਿੱਚ ਪਰਮਾਤਮਾ ਦਾ ਵਾਸਾ ਹੈ, ਉਸ ਪਰਮਾਤਮਾ ਦੇ ਦਰਸ਼ਨ ਕਰ ਲਿਓ ਨੇ। ਲੋਭ ਲਹਿਰ ਤੇ ਛੂਟੇ ਤੇਈ। ਤੇ ਉਹੀ ਰੱਬ ਦੇ ਪਿਆਰੇ ਲੋਭ ਲਹਿਰ ਤੋਂ ਛੁੱਟ ਗਏ। ਲੋਭ ਦੀ ਲਹਿਰ ਉਹਨਾਂ ਅੰਦਰੋਂ ਸ਼ਾਂਤ ਹੋ ਗਈ। ਜਿਨ ਸਾਧ ਸੰਗ ਗੁਣ ਗਾਇਆ। ਜਿਸ ਪਿਆਰੇ ਨੇ ਸਾਧ ਸੰਗ ਗੁਣ ਗਾਇਆ। ਸਾਧ ਸੰਗਤ ਵਿੱਚ ਆ ਕੇ ਜਿਹੜੇ ਬੈਠਦੇ ਹਨ ਤੇ ਬੈਠ ਕੇ ਵਾਹਿਗੁਰੂ ਜਪਦੇ, ਉਹ ਧਨ ਹਨ ਗੁਰੂ ਕੇ ਪਿਆਰੇ, ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ। ਸੁਣ ਸਾਲਸ ਇਹੋ ਗੋਲਾ ਤੇਰਾ। ਐ ਸਾਲ ਸਰਾਏ ਸੁਣ, ਇਹ ਜਿਹੜਾ ਦਾਸ ਹੈ ਤੇਰਾ, ਇਹ ਨੌਕਰ ਹੈ ਜਿਹੜਾ ਤੇਰਾ ਅਧਰਕਾ ਹੈ, ਆਪ ਨਰਾਇਣ ਮਾਨਾ। ਇਸ ਨੇ ਮੰਨ ਲਿਆ, ਆਪ ਆਪਣੇ ਸਰੂਪ ਨੂੰ ਰੱਬ ਹੀ ਮੰਨ ਲਿਆ ਇਹਨੇ। ਬਸ ਮਾਨਾ ਕਹਿੰਦੇ ਮਨਨ ਕਰ ਲਿਆ, ਇਹਨੇ ਆਪਣੇ ਸਰੂਪ ਦਾ ਮਨਨ ਕਰ ਲਿਆ ਕਿ ਮੈਂ ਕੌਣ ਹਾਂ। ਚਿੰਤਨ ਕੀਤਾ ਇਹਨੇ, ਇਹ ਅੰਦਰ ਹੀ ਧਿਆਨ ਵਿੱਚ ਲੀਨ ਹੋ ਗਿਆ। ਇਹਨੂੰ ਸਮਝ ਆ ਗਈ ਕਿ ਉਹ ਰੱਬ ਸਰੂਪ ਉਹ ਮੇਰੇ ਅੰਦਰ ਹੀ ਹੈ। ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ। ਇਸ ਨੇ ਮਰਨ ਕਰ ਲਿਆ ਬਸ ਕਿ ਉਹ ਰੱਬ ਸਰੂਪ ਉਹ ਮੇਰੇ ਅੰਦਰ ਹੀ ਹੈ। ਤੇ ਇਸ ਨੇ ਆਪਣੇ ਆਪ ਨੂੰ, ਆਪਣੇ ਆਤਮ ਸਰੂਪ ਨੂੰ ਪ੍ਰਮਾਤਮਾ ਹੀ ਜਾਣ ਲਿਆ ਹੈ। ਨਾਨਕ ਭਗਤਾ ਸੰਗ ਮਿਲਾਇਆ। ਤੇ ਇਸ ਨੂੰ ਅਸੀਂ ਭਗਤਾਂ ਦੀ ਸ਼੍ਰੇਣੀ ਰੱਖ ਲਿਆ, ਇਹ ਭਗਤ ਹੀ ਬਣ ਗਿਆ। ਹੁਣ ਇਸ ਨੂੰ ਅਸੀਂ ਭਗਤ ਹੀ ਗਿਣਦੇ ਹਾਂ, ਭਗਤਾਂ ਨਾਲ ਜੋੜ ਲਿਆ ਸੀ ਇਸ ਨੂੰ। ਉੱਚੇ ਪਦ ਠਹਿਰਾਨਾ। ਤੇ ਇਹ ਸਾਲ ਸਰਾਏ ਤੇਰੇ ਤੋਂ ਪਹਿਲਾਂ ਬਖਸ਼ਿਸ਼ ਇਸ ਤੇ ਹੋ ਰਹੀ ਹੈ, ਇਹਨੂੰ ਉੱਚੀ ਪਦਵੀ ਅਸੀਂ ਦੇ ਰਹੇ ਹਾਂ, ਉੱਚੀ ਪਦਵੀ ਤੇ ਠਹਿਰਾ ਰਹੇ ਹਾਂ। ਚੌਪਈ ਸੁਣ ਕਰ ਸਾਲਸ ਹਿਰਦੈ ਵਿਚਾਰਾ। ਇਹ ਗੱਲ ਸੁਣ ਕੇ ਸਾਲ ਸਰਾਏ ਨੇ ਆਪਣੇ ਮਨ ਚ ਵਿਚਾਰ ਕੀਤੀ ਹੈ, ਸ਼੍ਰੀ ਪਰਮੇਸ਼ਰ ਇਹ ਅਵਤਾਰਾ। ਅਸਲ ਇਹ ਪਰਮੇਸ਼ਰ ਸਰੂਪ ਹਨ, ਇਹੀ ਅਕਾਲ ਪੁਰਖ ਹਨ, ਇਹੀ ਹਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਉਹੀ ਹਨ, ਇਹੀ ਪਰਮੇਸ਼ਰ ਹਨ। ਜਿਨ ਕੇ ਬਚਨ ਦਾਸ ਦੁਖ ਆਸੋ। ਜਿਨ੍ਹਾਂ ਦੇ ਬਚਨ ਮੇਰੇ ਦਾਸ ਉਹਦੇ ਦੁੱਖ ਛੇਤੀ ਹੀ, ਆਸੂ ਕਹਿੰਦੇ ਛੇਤੀ ਹੀ, ਮੇਰੇ ਪਿਆਰੇ ਨੌਕਰ ਦੇ, ਮੇਰੇ ਅਧਰਕੇ ਦੇ ਦੁੱਖ ਛੇਤੀ ਹੀ। ਕੀਨ ਨਿਕੰਦਨ ਦੇ ਸੁਖ ਰਾਸੋ। ਸਾਰੇ ਨਿਕੰਦਨ ਕਰਤੇ, ਦੂਰ ਕਰਤੇ। ਦੇਖੋ ਬਚਨ ਇੱਕ ਹੀ ਸੁਣਿਆ ਅਧਰਕੇ ਨੇ, ਇੱਕ ਖਿੰਨ ਵਿੱਚ ਪਾਤਸ਼ਾਹ ਨੇ ਦੁੱਖ ਦੂਰ ਕਰਤੇ ਉਹਦੇ। ਇਹ ਹਨ ਗੁਰੂ ਨਾਨਕ ਪਾਤਸ਼ਾਹ, ਇਹ ਪਰਮੇਸ਼ਰ ਹਨ। ਦੋਹਰਾ
ਹੋਏ ਦੀਨ ਮਨ ਮਾਨ ਤਜ ਬੰਦੇ ਪਦ ਅਰਬਿੰਦ। ਹੁਣ ਮਨ ਦਾ ਮਾਣ ਖਤਮ ਹੋ ਗਿਆ। ਸਾਲਸ ਰਾਏ ਨਿਮਰਤਾ ਵਿੱਚ ਆਇਆ ਤੇ ਉਸ ਨੇ ਗੁਰੂ ਚਰਨਾਂ ਉੱਤੇ ਦੁਬਾਰਾ ਮੱਥਾ ਟੇਕਿਆ ਹੈ। ਗਤ ਮੇਰੀ ਅਬ ਕੀਜੀਏ ਤੁਮ ਹੋ ਰੂਪ ਮੁਕੰਦ। ਸਾਲਸ ਰਾਏ ਕਹਿਣ ਲਗਾ ਮਹਾਰਾਜ ਗਤ ਮੇਰੀ ਅਬ ਕੀਜੀਏ ਤੁਮ ਹੋ ਰੂਪ ਮੁਕੰਦ। ਮਹਾਰਾਜ ਹੁਣ ਮੇਰੀ ਗਤ ਕਰੋ, ਮੇਰਾ ਭਲਾ ਕਰੋ, ਮੇਰੀ ਮੁਕਤੀ ਕਰੋ। ਤੁਸੀਂ ਪਾਤਸ਼ਾਹ ਮੁਕਤੀ ਦਾਤੇ ਹੋ, ਅਕਾਲ ਪੁਰਖ ਪਰਮਾਤਮਾ ਸਰੂਪ ਹੋ। ਚੋਪਈ ਜਗ ਬੰਧਨ ਤੇ ਕਰ ਛੁਟਕਾਰਾ। ਤੇ ਮਹਾਰਾਜ ਜਿਤਨੇ ਜਗਤ ਦੇ ਬੰਧਨ ਹਨ ਉਹਨਾਂ ਤੋਂ ਮੇਰਾ ਛੁਟਕਾਰਾ ਕਰ ਦੋ। ਪਤ ਤਹਿ ਪਾਵਨ ਨਾਮ ਤੁਮਾਰਾ। ਤੁਹਾਡਾ ਨਾਮ ਹੈ ਪਤਿਤਾਂ ਨੂੰ ਪਾਵਨ ਕਰਨ ਵਾਲਾ। ਜਿਹੜੇ ਆਪਣੇ ਜੀਵਨ ਤੋਂ ਕਿਰਦਾਰ ਤੋਂ ਡਿੱਗੇ ਹੋਣ, ਪਾਪੀ ਹੋਣ, ਮਹਾਰਾਜ ਤੁਸੀਂ ਉਹਨਾਂ ਸਾਰਿਆਂ ਨੂੰ ਪਾਵਨ ਕਰਨ ਵਾਲੇ ਹੋ, ਸ਼ੁੱਧ ਕਰਨ ਵਾਲੇ ਹੋ। ਇਹ ਤੁਹਾਡਾ ਨਾਮ ਹੈ। ਸ਼ਰਨ ਭਰੇ ਕੀ ਰਾਖੋ ਲਾਜਾ। ਐ ਮੇਰੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਆ ਗਿਆ ਹਾਂ ਤੇ ਮੇਰੀ ਲਾਜ ਰੱਖੋ। ਰਾਵਰ ਸਮ ਕੋ ਭਿਖੋ ਨ ਆਜਾ। ਮੈਂ ਵੇਖ ਲਿਆ ਮਹਾਰਾਜ ਇਸ ਦੁਨੀਆ ਵਿੱਚ, ਇਸ ਕਲਯੁਗ ਵਿੱਚ, ਅੱਜ ਦੇ ਸਮੇਂ 'ਚ ਤੁਹਾਡੇ ਵਰਗਾ ਹੋਰ ਕੋਈ ਨਜ਼ਰ ਨਹੀਂ ਆਇਆ ਮਹਾਰਾਜ। ਪਾਤਸ਼ਾਹ ਮੇਰਾ ਜੀਵਨ ਦਾ ਤਜਰਬਾ ਹੈ, ਬਹੁਤ ਬੰਦਗੀ ਵੀ ਕੀਤੀ ਸਾਲਸ ਰਾਏ ਨੇ, ਪਰ ਮਹਾਰਾਜ ਤੁਹਾਡੇ ਵਰਗਾ ਕੋਈ ਨਜ਼ਰ ਨਹੀਂ ਆਇਆ। ਸ੍ਰੀ ਗੁਰ ਕਹੈ ਕਾਜ ਇਹੋ ਕੀਜੈ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਸਾਲਸ ਰਾਏ ਇੱਕ ਕੰਮ ਇਹ ਕਰ। ਨਿਜ ਕਿੰਕਰ ਕੇ ਚਰਨ ਗਹੀਜੈ। ਇਸ ਤਰ੍ਹਾਂ ਕਰ ਫਿਰ, ਜੇ ਮੁਕਤੀ ਲੈਣੀ ਹੈ ਨਾ ਆਪਣੇ ਨੌਕਰ ਦੇ ਚਰਨ ਫੜ ਲੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੰਮ ਬੜਾ ਔਖਾ ਹੈ। ਨੌਕਰ ਦੇ ਚਰਨ ਫੜ ਲੈਣੇ, ਮਾਣ ਖਤਮ ਹੀ ਕਰਨਾ ਸੀ। ਜਿੱਥੇ ਮਾਣ ਖਤਮ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਇਹ ਮਾਣ ਹੀ ਅੰਦਰੋਂ ਖਾਂਦਾ ਹੈ। ਜਦੋਂ ਮਾਣ ਚਲਾ ਗਿਆ, ਹਉਮੈ ਚਲੀ ਗਈ, ਫਿਰ ਅਸਲ ਆਪ ਸਰੂਪ ਦੀ ਪਛਾਣ ਹੁੰਦੀ ਹੈ। ਸਾਲਸ ਰਾਏ ਮੁਕਤੀ ਲੈਣੀ ਹੈ, ਆਤਮ ਰਸ ਲੈਣਾ ਹੈ ਤੇ ਇਸ ਤਰ੍ਹਾਂ ਕਰ ਫਿਰ ਆਪਣੇ ਨੌਕਰ ਅਧਰਕੇ ਦੇ ਚਰਨ ਪਕੜ ਲੈ। ਬੰਧਨ ਕਰ ਹੋ ਵਹਿ ਗਤ ਤੇਰੀ। ਇਸ ਨੂੰ ਪਹਿਲਾਂ ਮੱਥਾ ਟੇਕ, ਤੇਰੀ ਗਤ ਹੋਵੇਗੀ, ਤੇਰਾ ਭਲਾ ਹੋਵੇਗਾ, ਤੇਰੀ ਮੁਕਤੀ ਹੋਵੇਗੀ, ਤੇਰਾ ਕਲਿਆਣ ਹੋਵੇਗਾ। ਇਸ ਨੂੰ ਮੱਥਾ ਟੇਕ ਪਹਿਲਾਂ, ਤਾਂ ਹੀ ਤੇਰਾ ਭਲਾ ਹੋਵੇਗਾ। ਜਗ ਮਹਿ ਮਿਟੈ ਜਨਮ ਕੀ ਫੇਰੀ। ਤੇ ਫਿਰ ਤੇਰਾ ਦੁਨੀਆ ਵਿੱਚ ਆਉਣਾ ਜਾਣਾ, ਜੰਮਣਾ ਮਰਨਾ ਉਹ ਮਿਟ ਜਾਵੇਗਾ। ਫਿਰ ਅਸਲ ਤੇਰੀ ਮੁਕਤੀ ਹੋਵੇਗੀ। ਸੁਣ ਸਾਲਸ ਬੰਦੇ ਦ્વੈ ਹਾਥਾ। ਸਾਲਸ ਰਾਏ ਨੇ ਆਖਿਆ 7 ਬਚਨ ਮਹਾਰਾਜ, 7 ਬਚਨ। ਤੇ ਉਸੇ ਵੇਲੇ ਹੱਥ ਜੋੜੇ ਉਹਨੇ। ਤੋਰਨ ਧਰਿਓ ਦਾਸ ਪਦ ਮਾਥਾ। ਉਸੇ ਵੇਲੇ ਹੀ ਬਚਨ ਸੁਣਦੇ ਸਾਰ ਆਪਣਾ ਇਹ ਮੱਥਾ ਉਹਨੇ ਆਪਣੇ ਨੌਕਰ ਦੇ ਚਰਨਾਂ ਦੇ ਧਰਤਾ। ਖਾਲਸਾ ਜੀ ਬਸ ਇਹ ਮਾਣ ਗਵਾ ਲਿਆ ਉਹਨੇ, ਆਪਣਾ ਵਡੱਪਣ ਗਵਾ ਲਿਆ। ਜਿੱਥੇ ਵਡੱਪਣ ਹਉਮੈ ਖਤਮ ਚਲੀ ਗਈ, ਮਾਣ ਚਲਾ ਗਿਆ, ਉੱਥੇ ਸਾਲਸ ਰਾਏ ਵੱਡਾ ਬਣ ਗਿਆ। ਖਾਲਸਾ ਜੀ ਤੇ ਸਾਲਸ ਰਾਏ ਨੇ ਉਸੇ ਵੇਲੇ ਹੀ ਆਪਣਾ ਇਹ ਮੱਥਾ, ਆਪਣਾ ਸੀਸ ਆਪਣੇ ਨੌਕਰ ਦੇ ਚਰਨਾਂ ਤੇ ਰੱਖ ਦਿੱਤਾ। ਬੋਲਿਓ ਗੁਰ ਸੋ ਹੋਇ ਕਰ ਦੀਨਾ। ਤੇ ਗੁਰੂ ਪਾਤਸ਼ਾਹ ਨਾਲ ਦੀਨਾ ਹੋ ਕੇ, ਨੀਵਾ ਹੋ ਕੇ, ਨਿਮਰਤਾ 'ਚ ਆ ਕੇ ਕਹਿਣ ਲਗਾ ਇਹੋ ਜੋ ਦਾਸ ਮਮ ਬੁੱਧ ਪ੍ਰਬੀਨਾ। ਐ ਮਹਾਰਾਜ ਇਹ ਮੇਰਾ ਦਾਸ ਨਹੀਂ, ਇਹ ਬੁੱਧੀ ਕਰਕੇ ਬੜਾ ਪ੍ਰਬੀਨ ਹੈ, ਨਿਪੁੰਨ ਹੈ। ਇਹਦੀ ਬੁੱਧੀ ਬੜੀ ਉੱਚੇ ਲੈਵਲ ਵਾਲੀ ਹੈ। ਸੰਤਨ ਕੇ ਸਭ ਯਾ ਮਹਿ ਲਛਨ। ਮਹਾਰਾਜ ਮੈਂ ਸ਼ੁਰੂ ਤੋਂ ਜਾਣਦਾ ਵਾਂ ਕਿ ਮੇਰਾ ਹਿਰਦਾ ਤੇ ਹੰਕਾਰੀ ਸੀ, ਪਰ ਇਸ ਵਿੱਚ ਲੱਛਣ ਸ਼ੁਰੂ ਤੋਂ ਹੀ ਸੰਤਾਂ ਮਹਾਂਪੁਰਖਾਂ ਵਾਲੇ ਸਨ। ਮਹਾਰਾਜ ਇਹਨੇ ਕਦੀ ਮੈਨੂੰ ਨਾ ਨੁੱਕਰ ਨਹੀਂ ਕੀਤੀ। 7 ਬਚਨ ਆਖਦਾ ਰਿਹਾ ਪਾਤਸ਼ਾਹ। ਮਹਾਰਾਜ ਜਿਤਨਾ ਨਿਮਰਤਾ ਵਾਲਾ ਇਹ ਸੀ, ਅੱਜ ਮਹਾਰਾਜ ਇਹਨੂੰ ਭਾਗ ਛੇਤੀ ਲੱਗ ਗਏ। ਤੇ ਮੇਰੇ ਮਨ ਵਿੱਚ ਮਾਣ ਸੀ ਮਹਾਰਾਜ, ਇਸ ਕਰਕੇ ਮੈਨੂੰ ਭਾਗ ਲੱਗੇ, ਪਰ ਦੇਰ ਬਾਅਦ ਲੱਗੇ।
ਪਾਤਸ਼ਾਹ ਇਹਦੇ ਮਨ ਵਿੱਚ ਜਿਹੜੇ ਲੱਛਣ ਸਨ, ਇਹਦੇ ਅੰਤੁਸ਼ਕਰਨ ਵਿੱਚ, ਉਹ ਸਭ ਲੱਛਣ ਸਭ ਗੁਣ ਨਿਮਰਤਾ ਵਾਲੇ ਸਨ, ਸੰਤਾਂ ਮਹਾਂਪੁਰਖਾਂ ਵਾਲੇ ਸਨ। ਕਰਮ ਧਰਮ ਕੇ ਵਿਖੇ ਵਿਚਛਣ, ਤੇ ਕਰਮ ਧਰਮ, ਜਿਹੜੇ ਕਰਮ ਧਰਮ ਦੇ ਕਾਰਜ ਕਰਨੇ, ਧਰਮ ਦੇ ਕਾਰਜ ਕਰਨੇ, ਨਾਮ ਜਪਣਾ, ਸੇਵਾ ਕਰਨੀ, ਸਾਧਨਾ ਕਰਨੀ, ਮਿੱਠ ਬੋਲਣਾ, ਨਿਮਰਤਾ ਰੱਖਣੀ, ਸ਼ੁਭ ਗੁਣ ਸਾਰੇ ਇਹਦੇ ਵਿੱਚ ਹਨ ਮਹਾਰਾਜ। ਤੇ ਪਾਤਸ਼ਾਹ ਅੱਜ ਪ੍ਰਤੱਖ ਨਜ਼ਰ ਆ ਗਏ। ਹੁਣ ਰਾਵਰ ਕੀ ਕਰੁਣਾ ਹੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੀ ਤਾਂ ਖਾਲਸ ਹੁੰਦਾ ਹੈ ਖਾਲਸਾ ਜੀ। ਬੰਦਾ ਕਿੰਨੇ ਮਰਜ਼ੀ ਕਰਮ ਧਰਮ ਕਰ ਲਵੇ, ਜੋ ਮਰਜ਼ੀ ਕਮਾਈ ਕਰ ਲਵੇ, ਜਦ ਤੱਕ ਕਿਰਪਾ ਨਹੀਂ ਹੁੰਦੀ ਕਪਾਟ ਨਹੀਂ ਖੁੱਲਦੇ। ਤੇ ਮਹਾਰਾਜ ਭਾਂਡਾ ਤਿਆਰ ਸੀ, ਬਸ ਲੱਛਣ ਸਾਰੇ ਸੰਤਾਂ ਵਾਲੇ ਸਨ। ਪੁੰਨ ਰਾਵਰ ਕੀ ਕਿਰਪਾ ਹੋਈ, ਫਿਰ ਤੁਹਾਡੀ ਬਖਸ਼ਿਸ਼ ਹੋਈ। ਪਾਤਸ਼ਾਹ ਤੁਸੀਂ ਮਿਹਰ ਦੀ ਨਿਗਾਹ ਕੀਤੀ, ਆਪਣੀ ਰਹਿਮਤ ਕੀਤੀ ਹੈ। ਬੰਧਨ ਯੋਗ ਭਲੇ ਹੈ ਸੋਈ। ਹੁਣ ਮਹਾਰਾਜ ਇਹ ਨੌਕਰ ਮੇਰਾ, ਇਹ ਮੇਰਾ ਪ੍ਰਮਾਤਮਾ ਬਣ ਗਿਆ। ਪਾਤਸ਼ਾਹ ਇਹ ਬੰਧਨ ਯੋਗ, ਇਹਨੂੰ ਮੱਥਾ ਟੇਕਣਾ ਪਾਤਸ਼ਾਹ ਚੰਗਾ ਹੈ। ਇਹ ਮਹਾਰਾਜ ਮੱਥਾ ਟੇਕਣ ਯੋਗ ਬਣ ਗਿਆ ਹੈ। ਅਬ ਜੇ ਡਾਰ ਹੋ ਚਰਨ ਸਵਾਨਾ। ਮਹਾਰਾਜ ਇਹਨੂੰ ਛੱਡੋ। ਹੁਣ ਤੁਸੀਂ ਜੇ ਕਿਰਪਾ ਕਰੋਗੇ ਨਾ, ਆਖੋਗੇ ਇੱਕ ਵਾਰੀ ਕਿ ਸਾਲਸ ਰਾਏ ਇਸ ਕੁੱਤੇ ਦੇ ਚਰਨਾਂ ਤੇ ਮੱਥਾ ਟੇਕ, ਮਹਾਰਾਜ ਮੈਂ ਉਹ ਵੀ ਕਰ ਦਵਾਂਗਾ। ਤੁਹਾਡੀ ਕਿਰਪਾ ਪਾਤਸ਼ਾਹ ਜਿਸ ਤੇ ਹੋ ਜਾਵੇ ਨਾ, ਉਹ ਭਾਵੇਂ ਜੀਵ ਵੀ ਹੋਵੇ, ਪਸ਼ੂ ਵੀ ਹੋਵੇ, ਪੱਥਰ ਵੀ ਹੋਵੇ, ਕੀਟ ਵੀ ਹੋਵੇ, ਜੋ ਮਰਜ਼ੀ ਹੋਵੇ, ਉਹ ਪ੍ਰਮਾਤਮਾ ਬਣ ਜਾਂਦਾ ਹੈ। ਸਤਿ ਸ੍ਰੀ ਅਕਾਲ। ਤੁਹਾਡੀ ਮਿਹਰ ਦੀ ਨਿਗਾਹ ਪਾਤਸ਼ਾਹ ਬੜੀ ਵੱਡੀ ਹੈ। ਤੁਸੀਂ ਪਾਤਸ਼ਾਹ ਬਸ ਅੰਦਰ ਪ੍ਰਮਾਤਮਾ ਸਰੂਪ ਕਿਰਪਾ ਹੀ ਕਰ ਦਿਓ। ਪਾਤਸ਼ਾਹ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਤੁਹਾਡੇ ਨੇਤਰਾਂ ਵਿੱਚੋਂ ਪਾਤਸ਼ਾਹ ਮਿਹਰ ਬਾਹਰ ਆਉਂਦੀ ਬਸ। ਤੇ ਸਤਿਗੁਰ ਮਹਾਰਾਜ ਤੁਸੀਂ ਹੁਣ ਜੋ ਬਚਨ ਆਖੋਗੇ ਵੀ ਕੁੱਤੇ ਦੇ ਚਰਨਾਂ ਤੇ ਮੱਥਾ ਟੇਕ, ਉਹ ਵੀ ਟੇਕ ਦਵਾਂਗਾ। ਤਦ ਬਨਾਇਆ ਇਸ ਕਰਹੁ ਹਾਨਾ। ਫਿਰ ਵੀ ਤੁਹਾਡੀ ਆਇਸ, ਤੁਹਾਡਾ ਹੁਕਮ ਮਹਾਰਾਜ ਨਹੀਂ ਮੋੜਾਂਗਾ, ਤੁਹਾਡੀ ਆਗਿਆ ਦਾ ਹਾਨ ਨਹੀਂ ਕਰਾਂਗਾ, ਹਾਨੀ ਨਹੀਂ ਕਰਾਂਗਾ, ਭਾਵ ਕਿ ਤੁਹਾਡਾ ਬਚਨ ਨਹੀਂ ਮੋੜਾਂਗਾ। ਸੁਣ ਬਚ ਬਿਗਸੇ ਪੰਕਜ ਬਦਨਾ। ਗੁਰੂ ਨਾਨਕ ਪਾਤਸ਼ਾਹ ਪੰਕਜ ਬੰਦਨਾ, ਜਿਨ੍ਹਾਂ ਦਾ ਚਿਹਰਾ, ਜਿਨ੍ਹਾਂ ਦਾ ਸਰੂਪ ਕਮਲ ਵਰਗਾ ਸੁੰਦਰ ਹੈ। ਖਾਲਸਾ ਜੀਓ, ਐਸੇ ਗੁਰੂ ਨਾਨਕ ਪਾਤਸ਼ਾਹ ਸਾਲਸ ਰਾਏ ਦੀ ਬੇਨਤੀ ਸੁਣ ਕੇ, ਉਹਦੀ ਨਿਮਰਤਾ ਸੁਣ ਕੇ ਮਹਾਰਾਜ ਥੋੜੇ ਮੁਸਕਰਾਏ। ਕਹਿ ਤਵ ਬੰਧਨ ਭਏ ਨਿਕਦਨਾ। ਪਾਤਸ਼ਾਹ ਕਹਿੰਦੇ ਚੱਲ ਸਾਲਸ ਰਾਏ ਤੇਰੇ ਵੀ ਬੰਧਨ ਖਤਮ ਹੋ ਗਏ, ਜਾ। ਜਦੋਂ ਨਿਮਰਤਾ ਆ ਗਈ, ਬੰਧਨ ਖਤਮ। ਜਦੋਂ ਸ਼ਰਧਾ ਭਾਵਨਾ ਜਾਗ ਬੀਬੀ ਇਹੀ ਮੇਰੇ ਗਤੀ ਦਾਤੇ ਹਨ, ਇਹੀ ਮੁਕਤੀ ਦਾਤੇ ਹਨ, ਬਸ ਉਹੀ ਕਿਰਪਾ ਕਰਦਾ ਖਾਲਸਾ ਜੀ। ਬਸ ਭਾਵਨਾ ਹੀ ਕਿਰਪਾ ਕਰਦੀ, ਜਿੱਥੇ ਭਾਵਨਾ ਨਹੀਂ ਉੱਥੇ ਕੁਛ ਨਹੀਂ ਹੁੰਦਾ। ਖਾਲਸਾ ਜੀ ਕਲਗੀਧਰ ਪਾਤਸ਼ਾਹ ਆਪਣੀ ਬਾਣੀ 'ਚ ਫਰਮਾਨ ਕਰਦੇ, ਅਕਾਲ ਉਸਤਤ ਪਾਤਸ਼ਾਹ, ਕਿ ਜਿਹਦੇ ਮਨ 'ਚ ਭਾਵਨਾ ਨਹੀਂ, ਭਾਵਨਾ ਬਹੀਨ ਕੈਸੇ ਭੇਟੈ ਪਰ ਲੋਕ ਸੋ। ਜੇ ਭਾਵਨਾ ਨਹੀਂ ਕਿਵੇਂ ਮਿਲਾਪ ਹੋਵੇਗਾ ਸੱਚਖੰਡ ਪ੍ਰਮਾਤਮਾ ਸਰੂਪ ਨਾਲ? ਨਹੀਂ ਹੋਣਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਲਸ ਰਾਏ ਜਾ, ਫਿਰ ਆਨੰਦ ਲੈ, ਹੁਣ ਤੇਰੀ ਮੁਕਤੀ ਹੋ ਗਈ। ਨਿਰੰਕਾਰ ਕੋ ਬੰਧਨ ਕਰੀਏ। ਤੇ ਹੁਣ ਰੱਬ ਨੂੰ ਮੱਥਾ ਟੇਕ, ਅਕਾਲ ਪੁਰਖ ਨੂੰ ਮੱਥਾ ਟੇਕ, ਜੋ ਨਿਰੰਕਾਰ ਹੈ, ਜੋ ਤੇਰੇ ਅੰਦਰ ਜਿਹਦਾ ਆਕਾਰ ਨਹੀਂ, ਉਸ ਨੂੰ ਅੰਦਰੋਂ ਅੰਦਰ ਹੀ ਮੱਥਾ ਟੇਕ। ਉਰਤੇ ਸਰਬ ਭਰਮ ਪਰ ਹਰੀਏ। ਤੇ ਹਿਰਦੇ ਵਿੱਚੋਂ ਸਾਰੇ ਭਰਮ ਪਰ ਹਰੀਏ ਦੂਰ ਕਰ ਦੇ। ਓਏ ਉਹ ਪਿਆਰਿਆ, ਤੂੰ ਰੱਬ ਹੀ ਬਣ ਗਿਆ। ਬਸ ਉਹ ਸਾਲਸ ਰਾਏ ਵੀ ਰੱਬ ਹੀ ਬਣ ਗਿਆ। ਖਾਲਸਾ ਜੀ ਪਾਤਸ਼ਾਹ ਕਹਿੰਦੇ ਸਾਲਸ ਰਾਏ, ਜੋ ਨਿਰੰਕਾਰ ਤੇਰੇ ਹਿਰਦੇ ਵਿੱਚ ਹੈ, ਉਹਨੂੰ ਮੱਥਾ ਟੇਕ। ਅੰਦਰੋਂ ਅੰਦਰ ਹੀ ਜਿਤਨੇ ਤੇਰੇ ਭਰਮ ਹਨ ਉਹ ਸਾਰੇ ਦੂਰ ਕਰ ਦੇ। ਸੁਣ ਸਾਲਸ ਕੀ ਨੀ ਅਸ਼ਟਾਂਗਾ। ਇਹ ਗੱਲ ਸੁਣ ਕੇ, ਪਾਤਸ਼ਾਹ ਦੇ ਬਚਨ ਸੁਣ ਕੇ ਸਾਲਸ ਰਾਏ ਨੇ ਫਿਰ ਅਸ਼ਟਾਂਗ ਬੰਦਨਾ ਕੀਤੀ ਮਹਾਰਾਜ ਨੂੰ। ਸਰੀਰ ਦੇ 8 ਅੰਗ ਜੋ ਗੁਰੂ ਚਰਨਾਂ ਵਿੱਚ ਝੁਕਾਏ ਹਨ,
ਮੱਥਾ ਟੇਕਿਆ ਉਸਨੇ। ਉਸਤਤ ਭਨ ਹੀ ਮਨ ਅਨੁਰਾਗਾ। ਤੇ ਗੁਰੂ ਪਾਤਸ਼ਾਹ ਦੀ ਵਡਿਆਈ ਕਰਨ ਲੱਗਾ, ਮਨ ਵਿੱਚ ਪ੍ਰੇਮ ਭਾਵਨਾ ਪੈਦਾ ਕਰ, ਸ਼ਰਧਾ ਪੈਦਾ ਕਰਕੇ ਬੜੇ ਪ੍ਰੇਮ ਨਾਲ ਭਾਵਨਾ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਕਰਨ ਲੱਗਾ। ਸ੍ਰੀ ਨਾਨਕ ਕਰੁਣਾ ਨਿਧ ਸੁਆਮੀ। ਐ ਮੇਰੇ ਪਾਤਸ਼ਾਹ ਸਿਰ ਨਾਨਕ ਕਰੁਣਾ ਨਿਧ ਸੁਆਮੀ। ਧੰਨ ਗੁਰੂ ਨਾਨਕ ਪਾਤਸ਼ਾਹ, ਤੁਸੀਂ ਕਰੁਣਾ ਨਿਧ ਕਿਰਪਾ ਦੇ ਖਜ਼ਾਨੇ ਹੋ, ਮੇਰੇ ਸਵਾਸਾਂ ਦੇ ਮਾਲਕ ਹੋ। ਤੀਨ ਲੋਕ ਪਤ ਅੰਤਰ ਜਾਮੀ। ਤਿੰਨ ਲੋਕਾਂ ਦੇ ਪਤੀ ਹੋ ਮਹਾਰਾਜ, ਤੇ ਸਤਿਗੁਰ ਪਾਤਸ਼ਾਹ ਅੰਤਰਜਾਮੀ ਹੋ, ਸਭਨਾ ਦੇ ਹਿਰਦੇ ਦੀ ਜਾਣਨ ਵਾਲੇ ਹੋ। ਸੁਖਦਾਇਕ ਸੇਵਕ ਰਿਪਕਾਇਕ। ਸਭਨਾ ਨੂੰ ਸੁਖ ਦੇਣ ਵਾਲੇ ਹੋ। ਜਿਹੜੇ ਵੈਰੀ ਹਨ, ਦੁਸ਼ਮਣ ਹਨ, ਪਾਪੀ ਹਨ, ਉਹਨਾਂ ਦਾ ਆਪ ਜੀ ਘਾਣ ਕਰਨ ਵਾਲੇ ਹੋ, ਉਹਨਾਂ ਦਾ ਨਾਸ਼ ਕਰਨ ਵਾਲੇ ਹੋ। ਮੋਹ ਲੱਛ ਦਰਸ਼ਨ ਤੁਮ ਸਹਾਇਕ। ਤੁਹਾਡੇ ਦਰਸ਼ਨ ਤੀਰ ਹਨ, ਜਿਹੜੇ ਮੋਹ ਰੂਪੀ ਨਿਸ਼ਾਨੇ ਨੂੰ ਖਤਮ ਕਰਦੇ। ਜਿਸ ਤੀਰ ਨੇ ਨਿਸ਼ਾਨੇ ਤੇ ਜਾਣਾ ਹੈ ਨਾ, ਜਦੋਂ ਨਿਸ਼ਾਨੇ ਤੇ ਲੱਗ ਗਿਆ ਆਪਣਾ ਕੰਮ ਜ਼ਰੂਰ ਕਰੇਗਾ। ਤੇ ਜਿਹੜਾ ਮੋਹ ਰੂਪੀ ਤੀਰ ਹੈ ਉਹ ਕੌਣ ਹੈ ਪਾਤਸ਼ਾਹ? ਤੁਹਾਡੇ ਦਰਸ਼ਨ ਤੀਰ ਤੇ ਨਿਸ਼ਾਨਾ ਹੈ ਮੋਹ ਰੂਪੀ, ਜਿੱਥੇ ਉਹਨੇ ਵਿੰਨਣਾ ਹੈ। ਤੇ ਮਹਾਰਾਜ ਮੇਰੇ ਮਨ ਦਾ ਮੋਹ ਤੁਹਾਡੇ ਦਰਸ਼ਨ ਨੇ ਪਾਤਸ਼ਾਹ ਦੂਰ ਕਰ ਦਿੱਤਾ ਹੈ, ਉਹਨੂੰ ਮਾਰ ਦਿੱਤਾ ਹੈ। ਮਹਾਰਾਜ ਸੁਰ ਨਾਇਕ ਨਾਇਕ। ਐ ਮਹਾਰਾਜ, ਤੁਸੀਂ ਇੰਦਰ ਦੇ ਵੀ ਨਾਇਕ ਮਾਲਕ ਹੋ, ਇੰਦਰ ਦੇ ਵੀ ਇੰਦਰ ਹੋ ਪਾਤਸ਼ਾਹ। ਨਮੋ ਇੰਦਰ ਇੰਦਰੇ, ਤੁਸੀਂ ਐਸੇ ਸਰੂਪ ਹੋ। ਅਹ ਅਜੀਤ ਬਸੀ ਇਕ ਪਾਇਕ। ਮਹਾਰਾਜ ਤੁਸੀਂ ਅਜੀਤ ਹੋ, ਪਰ ਇੱਕ ਦੇ ਤੁਸੀਂ ਅਧੀਨ ਹੋ। ਤੂੰ ਭਗਤਾ ਕੈ ਵਸ, ਭਗਤਾ ਤਾਣ ਤੇਰਾ। ਰੱਬ ਨੇ ਸਭ ਨੂੰ ਕਾਬੂ ਕੀਤਾ ਹੋਇਆ ਹੈ, ਪਰ ਰੱਬ ਨੂੰ ਭਗਤਾਂ ਨੇ ਕਾਬੂ ਕੀਤਾ ਹੋਇਆ। ਖਾਲਸਾ ਜੀ, ਰੱਬ ਅਜੀਤ ਹੈ, ਉਹਨੂੰ ਕੋਈ ਜਿੱਤ ਨਹੀਂ ਸਕਦਾ। ਪਰ ਰੱਬ ਜੀ ਤੁਹਾਨੂੰ ਵੀ ਕਾਬੂ ਕੀਤਾ ਤੁਹਾਡੇ ਭਗਤਾਂ ਨੇ, ਪ੍ਰੇਮ ਦੀਆਂ ਡੋਰੀਆਂ ਪਾ ਕੇ, ਗਲਵਕੜੀ ਪਾ ਕੇ। ਮੇਰੀ ਬੰਦੀ ਭਗਤ ਛੁਡਾਵੈ, ਬੰਦ ਹੈ ਭਗਤ ਨ ਛੂਟੈ ਮੋਹੇ। ਏਕ ਸਮੈ ਮੋਕੋ ਗਹਿ ਬੰਦ ਹੈ, ਤੋਫੁਨ ਮੋਹ ਪੈ ਜਵਾਬ ਨਾ ਹੋਏ। ਮੈਂ ਗੁਲਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਕਿ ਰੱਬ ਦਾ ਆਸਰਾ ਰੱਬ ਦੇ ਭਗਤ ਹਨ ਖਾਲਸਾ ਜੀਓ। ਉਹ ਭਗਤ ਪ੍ਰੇਮ ਦੀਆਂ ਡੋਰੀਆਂ ਪਾ ਕੇ ਰੱਬ ਨੂੰ ਬੰਨ ਲੈਂਦੇ ਹਨ। ਉਤੋਂ ਸੀਸ ਗਜ ਡੇਢ ਕਚੀਰਨ। ਜਦੋਂ ਉਹਨੇ ਬੇਨਤੀ ਕੀਤੀ ਨਾ, ਤੇ ਪਾਤਸ਼ਾਹ ਦੇ ਸੀਸ ਤੇ 1.5 ਗਜ ਕੱਪੜਾ ਸੀ, ਇੱਕ ਬਸਤਰ ਸੀ। ਦੇਹ ਛਿਨ ਦੀਨੋ ਗੁਨੀ ਗਹੀਰਨ। ਤੇ ਗੁਣਾ ਦੇ ਗਹੀਰ ਖਜ਼ਾਨੇ ਗੁਰੂ ਨਾਨਕ ਪਾਤਸ਼ਾਹ ਨੇ, ਗੁਣਾ ਦੇ ਮਾਲਕ ਗੁਰੂ ਨਾਨਕ ਮਹਾਰਾਜ ਨੇ ਉਹ ਬਸਤਰ ਲੈ ਕੇ ਆਪਣੇ ਸੀਸ ਦਾ ਪਾਤਸ਼ਾਹ ਨੇ ਸਾਲਸ ਰਾਏ ਨੂੰ ਅਰਪਣ ਕੀਤਾ ਹੈ। ਦੋਹਰਾ ਸਾਲਸ ਬਾਂਧਿਓ ਸੀਸ ਪਰ, ਸ਼ੀਗਰ ਖੁਲੇ ਕਪਾਟ। ਸਾਲਸ ਰਾਏ ਨੇ ਬਸਤਰ ਲੈ ਕੇ ਨਾ ਸੀਸ ਤੇ ਸਜਾ ਲਿਆ। ਜਦੋਂ ਸਜਾਇਆ ਬਸ ਉਸੇ ਵੇਲੇ ਕਪਾਟ ਖੁੱਲ ਗਏ ਉਹਦੇ। ਜਿਤਨੇ ਅੰਦਰ ਬੰਧਨ ਸਨ, ਮੋਹ ਦੇ ਪਰਮ, ਅਗਿਆਨ ਦੇ, ਦੁਬਿਧਾ ਦੇ, ਅੰਦਰ ਦਵੈਤ ਭਾਵਨਾ, ਉਹ ਸਭ ਬੰਧਨ ਆਪਣੇ ਆਪ ਅੰਦਰੋਂ ਖੁੱਲ ਗਏ। ਗਿਆਨਾਨੰਦ ਪੂਰਨ ਭਇਓ, ਠਟਿਓ ਔਰ ਹੀ ਠਾਟ। ਤੇ ਹੁਣ ਗਿਆਨ ਆਨੰਦ ਅੰਦਰ ਪੂਰਨ ਹੋ ਗਿਆ ਖਾਲਸਾ ਜੀਓ। ਅਗਿਆਨ ਖਤਮ। ਗੁਰੂ ਪਾਤਸ਼ਾਹ ਨੇ ਮਿਹਰ ਦੀ ਨਿਗਾਹ ਕੀਤੀ, ਉਹਨਾਂ ਦੇ ਬਸਤਰ ਨਹੀਂ, ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਬਸ ਜਦੋਂ ਬਸਤਰ ਪਾਤਸ਼ਾਹ ਦੇ ਸੀਸ ਦਾ ਛੋਇਆ, ਸਾਲਸ ਰਾਏ ਦੇ ਸੀਸ ਨੂੰ, ਇਹ ਸਾਲਸ ਰਾਏ ਦੇ ਹਿਰਦੇ ਵਿੱਚੋਂ ਆਤਮ ਆਨੰਦ, ਆਤਮ ਗਿਆਨ ਪੈਦਾ ਹੋ ਗਿਆ। ਹੋਰ ਹੀ ਆਨੰਦ ਵਿੱਚ ਆ ਗਿਆ। ਬਸ ਦੁਨਿਆਵੀ ਸਭ ਕੁਝ ਭੁੱਲ ਗਿਆ। ਬਸ ਐਸੇ ਆਨੰਦ ਵਿੱਚ ਆਇਆ, ਉਹ ਆਪਣਾ ਆਪ ਹੀ ਭੁੱਲ ਗਿਆ। ਸੋਰਠਾ ਪਾਨਿਹਾਲ ਤਤਕਾਲ, ਸ੍ਰੀ ਗੁਰੂ ਨਾਨਕ ਮਇਆ ਤੇ। ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਮਇਆ ਤੇ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਸਾਲਸ ਰਾਏ ਨਿਹਾਲ ਹੋ ਗਿਆ। ਉਮਗਿਓ ਪ੍ਰੇਮ ਵਿਸਾਲ, ਉਸਤਤ ਉਚਰਤ ਸ਼ਬਦ ਕਰ। ਅੰਦਰੋਂ ਪ੍ਰੇਮ ਹੋਰ ਉਮਗਣ ਲੱਗਾ, ਤਰੰਗਾ ਬਾਹਰ ਆਣ ਲੱਗੀਆਂ ਪ੍ਰੇਮ ਦੀਆਂ।
ਤੇ ਸਾਲਸ ਰਾਏ ਹੁਣ ਇਹਨਾਂ ਸ਼ਬਦਾਂ ਰਾਹੀਂ, ਇਹਨਾਂ ਪੰਕਤੀਆਂ ਰਾਹੀਂ ਵਡਿਆਈ ਕਰਨ ਲੱਗਾ ਗੁਰੂ ਨਾਨਕ ਪਾਤਸ਼ਾਹ ਦੀ। ਪੂਰੇ ਸਤਿਗੁਰ ਨਾਮ ਕਾ ਦੀਨੋ ਖੋਲ ਕਪਾਟ। ਐ ਮਹਾਰਾਜ ਪੂਰੇ ਸਤਿਗੁਰ ਨਾਮ ਕਾ ਦੀਨੋ ਖੋਲ ਕਪਾਟ। ਪਾਤਸ਼ਾਹ ਤੁਸੀਂ ਪੂਰੇ ਹੋ, ਪੂਰੇ ਗੁਰੂ ਨੇ ਨਾਮ ਦਾ ਉਪਦੇਸ਼ ਦੇ ਕੇ ਮੇਰੇ ਕਪਾਟ ਖੋਲਤੇ। ਪਾਤਸ਼ਾਹ ਦੁਨਿਆਵੀ ਅਧੂਰਿਆਂ ਦਾ ਨਾਮ ਵੀ ਅਧੂਰਾ ਹੈ। ਉਹ ਆਪ ਡੁੱਬੇ ਚੋਬੇਦ ਮਹਿ ਚੇਲੇ ਦੀਏ ਬਹਾਏ, ਪਰ ਪੂਰੇ ਸਤਿਗੁਰ ਪਾਤਸ਼ਾਹ ਤੁਸੀਂ ਪੂਰੇ, ਤੁਹਾਡਾ ਨਾਮ ਪੂਰਾ, ਤੁਹਾਡੀ ਮਿਹਰ ਪੂਰੀ। ਉਸ ਮਿਹਰ ਸਦਕਾ ਪਾਤਸ਼ਾਹ ਅੱਜ ਕਪਾਟ ਖੁੱਲ ਗਏ। ਇੱਕ ਜੋ ਵਣਜ ਵਣੰਜਿਆ ਬਾਹਰ ਨ ਆਵੈ ਘਾਟ। ਇੱਕ ਜੋ ਵਣਜ ਵਣੰਜਿਆ, ਇੱਕ ਪਾਤਸ਼ਾਹ ਜਿਹੜਾ ਨਾਮ ਦਾ ਵਣਜ ਮੈਂ ਕੀਤਾ ਹੈ ਨਾ, ਮੁੜ ਕੇ ਘਾਟ ਨਹੀਂ ਆਉਣੀ ਮਹਾਰਾਜ। ਬਹੁਰ ਨ ਆਵੈ ਘਾਟ। ਇਹ ਨਾਮ ਕੋਈ ਜੀਵੇ ਜੀਵੇ ਜਪਦਾ ਹੈ ਨਾ, ਵਾਹਿਗੁਰੂ ਵਾਹਿਗੁਰੂ, ਫਿਰ ਇਹਦੀ ਘਾਟ ਨਹੀਂ ਆਉਂਦੀ। ਹੋਰ ਅੰਦਰ ਰਸ ਪੈਦਾ ਵੀ ਹੋਰ ਜਪਾ, ਹੋਰ ਜਪਾ, ਹੋਰ ਜਪਾ, ਘਾਟ ਨਹੀਂ ਆਉਂਦੀ। ਖਾਲਸਾ ਜੀਓ, ਐ ਮੇਰੇ ਮਹਾਰਾਜ, ਮੇਰੇ ਪਾਤਸ਼ਾਹ, ਇਹ ਤੁਸੀਂ ਕਿਰਪਾ ਕੀਤੀ। ਸਤਿਗੁਰ ਨਾਨਕ ਪੂਰਾ ਬਚਨ ਕਾ ਸੂਰਾ। ਧੰਨ ਗੁਰੂ ਨਾਨਕ ਪਾਤਸ਼ਾਹ ਤੁਸੀਂ ਪੂਰੇ ਹੋ ਤੇ ਬਚਨਾਂ ਦੇ ਸੂਰੇ ਹੋ। ਸਿਆਣੇ ਦੀ ਕਹਾਵਤ ਹੈ, ਬਹੇ ਪੂਰਾ ਫਿਰੇ ਸੂਰਾ। ਗੁਰੂ ਨਾਨਕ ਪਾਤਸ਼ਾਹ ਸੂਰਮੇ ਵੀ ਹਨ ਤੇ ਪੂਰੇ ਵੀ। ਜਿੱਥੇ ਬਹਿੰਦੇ ਤੇ ਉਹਨੂੰ ਪੂਰਾ ਬਣਾ ਦਿੰਦੇ। ਜਿੱਥੇ ਜਦੋਂ ਪਾਤਸ਼ਾਹ ਉਦਾਸੀਆਂ ਕਰਦੇ ਫਿਰਦੇ ਹਨ, ਦਰਸ਼ਨ ਦਿੰਦੇ ਸਾਰਿਆਂ ਨੂੰ, ਉਦੋਂ ਮਹਾਰਾਜ ਸੂਰਮੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਤੁਸੀਂ ਪੂਰੇ ਵੀ ਹੋ ਅਤੇ ਸੂਰਮੇ ਯੋਧੇ ਵੀ ਹੋ। ਰਹਾਉ ਵਿਸ਼ਰਾਮ ਦੇ ਕੇ ਉਹਨੇ ਬੇਨਤੀ ਕੀਤੀ ਹੈ, ਆਗਮ ਨਿਗਮ ਦਿਖਾਵਤਾ ਖੋਲੇ ਨੇਤਰ ਅਨੰਤ। ਤੇ ਪਾਤਸ਼ਾਹ ਤੁਸੀਂ ਆਗਮ ਨਿਗਮ ਵੇਦ ਸ਼ਾਸਤਰ ਵਿਖਾ ਦਿੱਤੇ ਵੀ ਉਹਨਾਂ ਦਾ ਗਿਆਨ ਇਹ ਹੈ। ਬਸ ਤੀਜਾ ਜਿਹੜਾ ਨੇਤਰ ਹੈ ਨਾ, ਗਿਆਨ ਦਾ ਨੇਤਰ, ਰੂਹਾਨੀ ਨੇਤਰ, ਉਹ ਪਾਤਸ਼ਾਹ ਤੁਸੀਂ ਖੋਲਣ ਵਾਲੇ ਹੋ। ਬਸ ਜਿਹੜਾ ਅਸਲ ਨੇਤਰ ਹੈ ਖਾਲਸਾ, ਅੰਦਰਲੇ ਕਪਾਟ ਖੁੱਲ੍ਹਣੇ, ਜਿਸ ਨੂੰ ਬਾਣੀ ਚ ਆਖਿਆ ਸੇ ਅੱਖਣੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਹਨ, ਉਹ ਤੀਜਾ ਨੇਤਰ ਹੋਰ ਹੈ ਜਿਸ ਨੇ ਆਤਮ ਸਰੂਪ ਦੇ ਦਰਸ਼ਨ ਕਰਨੇ ਹਨ। ਜਗਤ ਵਣਜਾਰਾ ਸਗਲ ਹੈ ਸਾਹੋ ਏਕ ਭਗਵੰਤ। ਐ ਮਹਾਰਾਜ ਦੁਨੀਆ ਸਾਰੀ ਵਣਜਾਰਾ ਹੈ, ਦੁਨੀਆ ਸਾਰੀ ਵਪਾਰ ਕਰਨ ਵਾਲਾ ਹੈ। ਇੱਕੋ ਮਹਾਰਾਜ ਸ਼ਾਹੋ ਹੈ। ਉਹ ਕੌਣ ਹੈ? ਪਰਮਾਤਮਾ ਹੈ ਮੇਰੇ ਮਹਾਰਾਜ। ਧੰਨ ਗੁਰੂ ਨਾਨਕ ਪਾਤਸ਼ਾਹ ਤੁਸੀਂ ਰੱਬ ਦਾ ਸਰੂਪ ਹੋ, ਤੁਸੀਂ ਆਪ ਹੀ ਸ਼ਾਹੂਕਾਰ ਹੋ। ਵਣਜ ਹਮਾਰਾ ਸਤਿਗੁਰੂ ਪੂੰਜੀ ਹਮਰੀ ਨਾਮ। ਸਾਡਾ ਵਣਜ ਤੁਹਾਡੇ ਨਾਲ ਹੈ ਮਹਾਰਾਜ। ਅਸੀਂ ਕਿਹੜਾ ਰੱਬ ਵੇਖਿਆ? ਰੱਬ ਤਾਂ ਗੁਰੂ ਨੇ ਵਿਖਾਣਾ ਖਾਲਸਾ ਜੀ। ਉਹ ਸ਼ਾਹੂਕਾਰ ਅਕਾਲ ਪੁਰਖ ਪ੍ਰਮਾਤਮਾ ਤੇ ਮਹਾਰਾਜ ਅਸੀਂ ਰੱਬ ਨੂੰ ਨਹੀਂ ਵੇਖਿਆ। ਵਣਜ ਹਮਾਰਾ ਗੁਰੂ ਹੈ, ਸਾਡਾ ਵਣਜ ਤੁਹਾਡੇ ਨਾਲ ਹੈ ਪਾਤਸ਼ਾਹ। ਤੇ ਪਾਤਸ਼ਾਹ ਸਾਡੇ ਕੋਲ ਪੂੰਜੀ ਕਿਹੜੀ ਹੈ? ਨਾਮ ਦੀ ਪੂੰਜੀ ਹੈ। ਬਸ ਨਾਮ ਜਪ ਜਪ ਕੇ ਤੁਸੀਂ ਸਾਨੂੰ ਪਾਤਸ਼ਾਹ ਪਰਮਾਤਮਾ ਦੇ ਦਰਸ਼ਨ ਕਰਾਣੇ ਹਨ। ਆਠ ਪਹਿਰ ਤੁਨ ਲਾਗ ਹੈ ਸੋਈ ਹਮਾਰੇ ਕਾਮ। ਤੇ ਪਾਤਸ਼ਾਹ ਸਾਡਾ ਕੰਮ ਹੁਣ ਕੀ ਬਣ ਗਿਆ? ਆਠ ਪਹਿਰ ਦਿਨ ਰਾਤ 24 ਘੰਟੇ ਜਿਹੜੀ ਅਨਹਦ ਧੁਨੀ ਹੈ ਨਾਮ ਦੀ, ਉਸ ਵਿੱਚ ਸਾਡੀ ਸੁਰਤੀ ਪਾਤਸ਼ਾਹ ਜੁੜ ਜਾਵੇ। ਇਹ ਤੁਸੀਂ ਕਿਰਪਾ ਕੀਤੀ ਮਹਾਰਾਜ ਕਿ ਲਗਾਤਾਰ ਅਨਹਦ ਧੁਨੀ ਵਿੱਚ ਇਹ ਮਨ ਜੁੜ ਜਾ ਗਿਆ। ਇਹੀ ਸਾਡਾ ਹੁਣ ਕੰਮ ਬਣ ਗਿਆ ਹੈ। ਸਾਲਸ ਬਿਨਵੈ ਬੇਨਤੀ ਤੂੰ ਸੁਣੀਏ ਕਰਤਾਰ। ਐ ਕਰਤਾਰ ਪਰਮਾਤਮਾ ਗੁਰੂ ਨਾਨਕ ਪਾਤਸ਼ਾਹ ਜੀ, ਸਾਲਸ ਬਿਨਵੈ ਬੇਨਤੀ, ਸਾਲਸ ਰਾਏ ਬਾਰ ਬਾਰ ਬੇਨਤੀ ਕਰਦਾ ਹੈ।
ਫਿਰ ਬੇਨਤੀ ਕਰਦਾ ਹੈ, ਮੇਰੇ ਕਰਤਾਰ ਪ੍ਰਮਾਤਮਾ ਸਾਡੀ ਬੇਨਤੀ ਸੁਣੋ। ਕੱਚਾ ਰੰਗ ਉਤਾਰ ਕੇ ਚਾੜਿਓ ਰੰਗ ਅਪਾਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅੰਦਰੋਂ ਬਚਨ ਆਏ ਸਾਲਸ ਰਾਏ ਦੇ, ਇਹ ਹੈ ਬਾਣੀ ਵਿੱਚ ਨਹੀਂ, ਪਰ ਪਾਤਸ਼ਾਹ ਨੇ ਰੰਗ ਦਿਖਾਤਾ ਨਾ। ਹੁਣ ਜਦੋਂ ਇਹ ਸ਼ਬਦ ਆਏ ਪਰ ਬਾਣੀ ਰੂਪੀ ਬਣ ਗਏ ਤੇ ਪਾਪ ਆਪਣੀ ਬੇਨਤੀ ਬਣ ਗਏ ਨਾ। ਇਹ ਸਾਲਸ ਰਾਏ ਦੀ ਬਾਣੀ ਹੈ, ਜੇ ਕਹਿ ਲਓ ਉਹਦੀ ਬੇਨਤੀ ਹੈ। ਤੁਸੀਂ ਮਹਾਰਾਜ ਕੱਚਾ ਰੰਗ ਉਤਾਰ ਦਿੱਤਾ ਹੈ ਮੇਰੇ ਹਿਰਦੇ ਚੋਂ, ਪ੍ਰੇਮ ਦਾ ਰੰਗ ਮਹਾਰਾਜ ਚੜਾ ਦਿੱਤਾ ਹੈ। ਬਸ ਝੂਠਾ ਰੰਗ ਸੀ ਕਿ ਮੈਂ ਸਾਲਸ ਰਾਏ ਹਾਂ, ਜੋਰੀ ਹਾਂ, ਅਮੀਰ ਹਾਂ, ਮਾਲਕ ਹਾਂ। ਅੱਜ ਸਮਝ ਆ ਗਈ ਮਹਾਰਾਜ ਮੈਂ ਕੁਛ ਵੀ ਨਹੀਂ, ਮੈਂ ਤਾਂ ਨੌਕਰ ਹਾਂ ਮਹਾਰਾਜ, ਦਾਸ ਹਾਂ, ਨੀਵਾਂ ਹਾਂ, ਕੀਟ ਹਾਂ, ਕੁਛ ਵੀ ਨਹੀਂ ਮਹਾਰਾਜ। ਅਸਲ ਜਿਹੜਾ ਸਭ ਦਾ ਆਤਮ ਸਰੂਪ ਹੈ ਉਹ ਇੱਕੋ ਹੀ ਹੈ ਮਹਾਰਾਜ। ਤੇ ਸਤਿਗੁਰ ਪਾਤਸ਼ਾਹ ਇਹ ਬੇਨਤੀ ਤੁਸੀਂ ਕਿਰਪਾ ਕੀਤੀ ਮੇਰੇ ਉੱਤੇ, ਇਹ ਭਾਵਨਾ ਤੁਸੀਂ ਜਗਾਈ ਮਹਾਰਾਜ। ਤੇ ਮੇਰੇ ਪਾਤਸ਼ਾਹ ਧੰਨ ਹੋ ਤੁਸੀਂ, ਧੰਨ ਹੋ। ਜੋ ਪਈ ਸ੍ਰੀ ਗੁਰ ਖੁਸ਼ੀ ਅਧਿਕ ਤਬ ਕੀਨੀ। ਜਦੋਂ ਕੱਚਾ ਰੰਗ ਉਤਾਰਤਾ ਨਾ ਮਹਾਰਾਜ ਜੀ ਨੇ, ਪ੍ਰੇਮ ਦਾ ਰੰਗ ਚੜ ਗਿਆ ਉਹਦੇ ਉੱਤੇ, ਉਸ ਵੇਲੇ ਮਹਾਰਾਜ ਜੀ ਨੇ ਬਹੁਤ ਪ੍ਰਸੰਨਤਾ ਉਹਦੇ ਉੱਤੇ ਕੀਤੀ, ਬਹੁਤ ਖੁਸ਼ੀ ਕੀਤੀ ਉਸ ਉੱਤੇ। ਹੋਇ ਪ੍ਰਸੰਨ ਮੰਜੀ ਤੇ ਦੀਨੀ। ਤੇ ਉਸ ਉੱਤੇ ਪ੍ਰਸੰਨ ਹੋ ਕੇ ਪਾਤਸ਼ਾਹ ਕਹਿੰਦੇ ਲੈ ਸਾਲਸ ਰਾਏ ਤੈਨੂੰ ਗੁਰਮੁਖ ਦੀ ਪਦਵੀ ਦੇਣ ਲੱਗੇ ਆ। ਹੁਣ ਜੇ ਕਹਿ ਲੋ ਪਹਿਲਾਂ ਮੰਜੀਆਂ ਬਖਸ਼ਿਸ਼ ਕੀਤੀ ਗੁਰੂ ਨਾਨਕ ਮਹਾਰਾਜ ਜੀ ਨੇ। ਮੰਜੀ ਕਹਿੰਦੇ ਉੱਚੀ ਅਵਸਥਾ, ਹੁਣ ਅਸੀਂ ਕਹਿੰਦੇ ਪੀੜਾ ਸਾਹਿਬ, ਮੰਜੀ ਸਾਹਿਬ। ਮੰਜੀ ਉੱਤੇ ਕੌਣ ਬਹਿੰਦਾ ਹੈ? ਜਿਹੜਾ ਉੱਚਾ ਹੋਵੇਗਾ, ਜਿਹਦੀ ਅਵਸਥਾ ਮਾਇਆ ਤੋਂ ਉੱਚੀ ਹੋਵੇਗੀ, ਉਹ ਉੱਚੀ ਥਾਂ ਤੇ ਬੈਠੇਗਾ ਨਾ। ਜਿਹਦੀ ਅਵਸਥਾ ਗੁਰਮੁਖ ਵਾਲੀ ਹੈ, ਉਹ ਗੁਰਮੁਖ ਦੀ ਪਦਵੀ ਪਾਤਸ਼ਾਹ ਹੁਣ ਸਾਲਸ ਰਾਏ ਨੂੰ ਦੇਣ ਲੱਗੇ ਹਨ। ਸਗਲੇ ਪੁਰ ਕੋ ਪੂਜ ਬਨਾਇਓ। ਐ ਸਾਲਸ ਰਾਏ ਹੁਣ ਤੈਨੂੰ ਮੰਜੀ ਦਿੱਤੀ ਹੈ, ਜਾ ਸਾਰੇ ਇਲਾਕੇ ਦਾ, ਪਟਨਾ ਸਾਹਿਬ ਦਾ, ਬਿਸ਼ੰਬਰਪੁਰ ਦਾ ਹੁਣ ਤੂੰ ਪੂਜਣ ਯੋਗ ਮਾਲਕ ਬਣ ਗਿਆ ਹੈ। ਤੂੰ ਹੁਣ ਗੁਰਮੁਖ ਬਣ ਗਿਆ ਹੈ। ਤੂੰ ਸਾਰੇ ਇਲਾਕੇ ਨੂੰ ਸਿੱਖਿਆ ਦੇ, ਆਪ ਨਾਮ ਜਪੀ ਜਾਈ, ਆਪ ਨਾਮ ਜਪ ਕੇ ਹੋਰਾਂ ਨੂੰ ਜਪਾਈ ਜਾਈ। ਬਸ ਨਾਮ ਜਪਣਾ ਨਾ ਛੱਡੀ। ਕਿਉਂ ਜੀ? ਹੁਣ ਤਾਂ ਇੱਕ ਹੋ ਗਏ ਆ ਜੀ। ਕੋਈ ਕਵੇ ਜੀ ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕੋਈ ਆਖੇ ਜੀ ਹੁਣ ਤਾਂ ਰੱਬ ਵਿੱਚ ਤੇ ਮੇਰੇ 'ਚ ਕੋਈ ਫਰਕ ਰਿਹਾ ਹੀ ਨਹੀਂ, ਹੁਣ ਕੀ ਜਪਣ ਦੀ ਲੋੜ ਹੈ? ਉਹਨੂੰ ਜਪਣ ਦੀ ਲੋੜ ਨਹੀਂ, ਪਰ ਦੁਨਿਆਵੀ ਲੋਕਾਂ ਲਈ ਉਹ ਮਾਰਗ ਦਰਸ਼ਕ ਬਣ ਜਾਂਦਾ ਹੈ ਖਾਲਸਾ ਜੀ। ਉਹ ਦੁਨਿਆਵੀ ਲੋਕ ਵੇਖਦੇ ਤਾਂ ਜਪਦਾ ਨਹੀਂ ਸੀ, ਕੋ ਜਪੀਏ। ਬਾਬਾ ਬੁੱਢਾ ਸਾਹਿਬ ਨੂੰ ਨਹਾਣ ਦੀ ਲੋੜ ਨਹੀਂ ਸੀ, ਨਹਾਣ ਇੱਕੋ ਬਰਾਬਰ ਸਰ। ਸੇਵਾ ਕਰਨ ਨਾ ਕਰਨ ਇੱਕੋ ਬਰਾਬਰ, ਨਾਮ ਜਪਣ ਨਾ ਜਪਣ ਇੱਕੋ ਬਰਾਬਰ। ਪਰ ਦੁਨਿਆਵੀ ਲੋਕਾਂ ਲਈ ਜਪਣਾ ਪਿਆ ਉਹਨਾਂ ਨੂੰ, ਸੇਵਾ ਕਰਨੀ ਪਈ ਉਹਨਾਂ ਨੂੰ। ਕਿ ਜਿਹੜੇ ਸਾਡੇ ਸੇਵਕ ਉਹ ਕੀ ਆਖਣਗੇ ਜੀ, ਇਹ ਤਾਂ ਜਪਦੇ ਨਹੀਂ ਸੀ, ਕੋ ਜਪੀਏ। ਸਾਲਸ ਰਾਏ ਇਸ ਤਰ੍ਹਾਂ ਦੁਨੀਆ ਨੂੰ ਜੋੜੀ ਤੇ ਆਪ ਵੀ ਜੁੜਿਆ ਰਹੀ, ਆਪ ਵੀ ਜਪਦਾ ਰਹੀ। ਬੋਹਰ ਬਦਨ ਤੇ ਬਚਨ ਅਲਾਇਓ। ਤੇ ਫਿਰ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਫਰਮਾਨ ਕੀਤਾ ਹੈ, ਜਬ ਲੋ ਜੀਵ ਹੋ ਰਹਿ ਤੁਮਾਰੇ। ਸਾਲਸ ਰਾਏ ਜਿਤਨੀ ਦੇਰ ਤੱਕ ਤੇਰਾ ਜੀਵਨ ਰਹੇਗਾ ਦੁਨੀਆ ਵਿੱਚ, ਪਾਛੇ ਸੰਤਤ ਕੋ ਨ ਬਸਾਰੇ। ਧਿਆਨ ਰੱਖੀ ਉਸ ਤੋਂ ਬਾਅਦ ਇਸ ਗੱਦੀ ਉੱਤੇ ਆਪਣੀ ਔਲਾਦ ਨੂੰ ਨਾ ਬਿਠਾਈ। ਫਿਰ ਨਾ ਆਖੀ ਉਲਟਾ ਬੁਲਟਾ ਹੋ ਜਾਏਗਾ, ਭਾਣਾ ਵਰਤ ਜਾਣਾ ਹੈ। ਸਾਲਸ ਰਾਏ ਜਦ ਤੱਕ ਤੇਰੀ ਜੀਵਨ ਦੀ ਅਵਸਥਾ ਹੈ, ਤੇਰਾ ਪੰਜ ਭੌਤਿਕ ਸਰੀਰ ਹੈ, ਗੁਰਮੁਖ ਦੀ ਗੱਦੀ ਤੇ ਤੂੰ ਬੈਠੀ। ਬਸ ਤੂੰ ਪਟਨਾ ਸਾਹਿਬ ਰਹਿ ਕੇ ਦੁਨੀਆ ਨੂੰ ਜੋੜੀ। ਜਦੋਂ ਤੇਰਾ ਸਰੀਰ ਸ਼ਾਂਤ ਹੋ ਗਿਆ, ਫਿਰ ਉਸ ਤੋਂ ਬਾਅਦ ਆਪਣੀ ਔਲਾਦ ਨੂੰ ਇੱਥੇ ਨਾ ਬਿਠਾਈ ਕਿ ਮੇਰੀ ਔਲਾਦ ਮੇਰੀ ਗੱਦੀ ਦੇ ਮਾਲਕ ਤੇ ਬੈਠੇਗੀ, ਪਾ ਮੇਰੀ ਗੱਦੀ ਨੂੰ ਸਾਂਭੇਗੀ। ਨਾ ਸਾਲਸ ਰਾਏ ਇਹ ਨਾ ਕਰੀ। ਹੁਣ ਮੰਜੀ ਪਰ ਬੈ ਸਹਦਾਸਾ। ਤੇਰੀ ਮੰਜੀ ਉੱਤੇ ਤੇਰਾ ਦਾਸ ਬੈਠੇਗਾ।
ਭਾਵ ਜਿਸ ਸਿੱਖਿਆ ਤੇ ਤੂੰ ਦੁਨੀਆ ਨੂੰ ਤੋਰੇਗਾ ਨਾ, ਫਿਰ ਤੇਰਾ ਦਾਸ ਤੋਰੇਗਾ। ਫਿਰ ਤੇਰੇ ਤੋਂ ਬਾਅਦ ਤੇਰਾ ਦਾਸ ਇਸ ਨਗਰੀ ਨੂੰ ਨਾਮ ਨਾਲ ਜੋੜੇਗਾ। ਫਿਰ ਇਹ ਆਪ ਨਾਮ ਜਪਦਾ ਤੇ ਹੈ, ਫਿਰ ਇਹ ਨਾਮ ਇਹ ਵੀ ਜਪਾਵੇਗਾ। ਦੀਜੈ ਨਹੀਂ ਆਨ ਕੇ ਪਾਸਾ। ਤੇ ਸਾਲ ਸਰਾਏ ਧਿਆਨ ਰੱਖੀ, ਇਹ ਗੱਦੀ ਕਿਸੇ ਹੋਰ ਕੋਲ ਨਾ ਆਵੇ, ਇਹ ਮੰਜੀ ਤੇਰੇ ਕੋਲ ਰਵੇ। ਤੇਰੇ ਤੋਂ ਬਾਅਦ ਇਸ ਅਧਰਕੇ ਨੂੰ ਇਹ ਮੰਜੀ ਦੇ ਦੇਈ। ਪੂਰਬ ਹਮ ਮੰਜੀ ਇਸ ਦੇਨੀ। ਸਾਡੀ ਤਮੰਨਾ ਸੀ ਕਿ ਪਹਿਲਾ ਮੰਜੀ ਇਹਨੂੰ ਦੇ ਦਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਪਹਿਲਾਂ ਕਪਾਟ ਇਹਦੇ ਖੁੱਲੇ ਸਨ, ਪਹਿਲਾਂ ਇਹਨੇ ਆ ਕੇ ਮੱਥਾ ਟੇਕਿਆ, ਪਹਿਲਾ ਭਾਵਨਾ ਇਹਦੇ ਮਨ ਵਿੱਚ ਸੀ। ਤੇਰਾ ਨੌਕਰ ਬੜਾ ਸ਼ਰਧਾਵਾਨ ਹੈ ਓਏ, ਬੜਾ ਭਾਵਨਾ ਵਾਲਾ, ਇਹਦੇ ਕਪਾਟ ਪਹਿਲਾਂ ਖੁੱਲੇ ਸਨ। ਪਹਿਲਾਂ ਅਸੀਂ ਇਹ ਬਖਸ਼ਿਸ਼ ਇਸ ਉੱਤੇ ਕਰਨੀ ਸੀ। ਤੁਝ ਤੇ ਪੂਰਬ ਸ਼ਰਨ ਗਹਿਨੀ। ਕਿਉਂਕਿ ਤੇਰੇ ਤੋਂ ਪਹਿਲਾਂ ਇਹਨੇ ਸਾਡੀ ਚਰਨਾਂ ਦੀ ਸ਼ਰਨ ਗ੍ਰਹਿਣ ਕੀਤੀ, ਇਹਦੇ ਮਨ ਵਿੱਚ ਸ਼ਰਧਾ ਭਾਵਨਾ ਜਾਗੀ। ਇਹ ਤੇਰੇ ਤੋਂ ਪਹਿਲਾਂ ਘਟਨਾ ਵਾਪਰੀ ਹੈ। ਤੋ ਸੰਸਾਰ ਸੂਤ ਇਹ ਦਾਸਾ। ਪਰ ਦੁਨੀਆ ਦੀ ਮਰਿਆਦਾ ਹੈ ਕਿ ਤੇਰਾ ਦਾਸ ਹੈ। ਲੋਕੀ ਆਖਣਗੇ ਵੀ ਚੰਗਾ ਸਾਲ ਸਰਾਏ ਸੀ, ਇਹ ਨੌਕਰ ਬਣ ਗਿਆ, ਨੌਕਰ ਇਹਦਾ ਮਾਲਕ ਬਣ ਗਿਆ। ਦੁਨੀਆ ਦੀ ਮਰਿਆਦਾ ਵੇਖਣੀ ਪੈਂਦੀ ਹੈ ਨਾ। ਅਸੀਂ ਇਸ ਮਰਿਆਦਾ ਨੂੰ ਦੇਖਦੇ ਹੋਏ ਜਾਂ ਤੇ ਤਵ ਸਤਕਾਰ ਰਖਾਸਾ। ਤੇਰਾ ਸਤਕਾਰ ਰੱਖਿਆ ਸਾਲ ਸਰਾਏ ਕਿ ਪਹਿਲਾਂ ਹੁਣ ਗੱਦੀ ਤੈਨੂੰ ਦੇਣ ਲੱਗੇ ਹਾਂ। ਇਹ ਪਹਿਲੀ ਮੰਜੀ ਤੇਰੇ ਕੋਲ ਆ ਰਹੀ ਹੈ, ਤੇਰੇ ਤੋਂ ਬਾਅਦ ਇਹ ਮੰਜੀ ਤੇਰੇ ਦਾਸ ਕੋਲ ਆਵੇਗੀ। ਆਪਣੇ ਪਰਿਵਾਰ ਨੂੰ ਨਾ ਦੇਈਂ। ਦੋਹਰਾ ਪੁਨ ਲਗ ਤੁਮਰੀ ਬੈਸ ਹੈ, ਸਪਤ ਮਾਸ ਜੁਗ ਸਾਲ। ਹੁਣ ਧਿਆਨ ਰੱਖ, ਤੇਰੀ ਉਮਰ ਛੋਟੀ ਰਹਿ ਗਈ, ਥੋੜੀ ਰਹਿ ਗਈ। ਕਿੰਨੀ? ਜੁਗ ਮਾਸ ਜੁਗ ਸਾਲ, 2 ਸਾਲ 7 ਮਹੀਨੇ, ਇੰਨੀ ਉਮਰ ਰਹਿ ਗਈ ਤੇਰੀ ਬਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਸੇ ਨੂੰ ਕਹਿ ਦੋ ਨਾ ਤੇਰੀ ਉਮਰ 2 ਸਾਲ ਰਹਿ ਗਈ ਹੈ, 7 ਮਹੀਨੇ ਰਹਿ ਗਏ ਨਾ, ਉਹਦੇ ਹੋਸ਼ ਉੱਥੇ ਉੱਡ ਜਾਂਦੇ, ਉਹ ਪਹਿਲਾਂ ਹੀ ਮਰ ਜਾਂਦਾ ਹੈ। ਅਜੇ 2 ਸਾਲ ਪਤਾ ਨਹੀਂ ਕਦੋਂ ਆਣੇ। 365 ਦਿਨ ਇੱਕ ਸਾਲ ਦੇ, 700 ਕੁਝ ਦਿਨ ਹੋ ਗਏ, ਫਿਰ ਖਾਲਸਾ 7 ਮਹੀਨੇ ਹੋਰ ਲਾ ਲਓ, ਲਗਭਗ 900 ਦੇ ਨੇੜੇ ਦਿਨ ਬਣ ਗਏ, ਤੇ ਉਹ ਪਹਿਲਾਂ ਹੀ ਮਰ ਜਾਂਦਾ ਹੈ ਖਾਲਸਾ ਜੀ। ਪਰ ਜਿਹਨੂੰ ਆਤਮ ਗਿਆਨ ਹੋ ਗਿਆ ਨਾ, ਉਹਨੂੰ ਪਰਵਾਹ ਨਹੀਂ ਹੁਣ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਆਤਮਦਰਸ਼ੀ ਬਣ ਗਿਆ, ਹੁਣ ਮਰਿਆ ਨਹੀਂ, ਉਹ ਗੁਰੂ ਚਰਨਾਂ 'ਚ ਸਮਾ ਗਿਆ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਉਹ ਜਿੰਦੇ ਜੀ ਪਹਿਲਾਂ ਹੀ ਸਮਾ ਗਿਆ ਖਾਲਸਾ ਜੀ। ਸਾਲ ਸਰਾਏ ਤੇਰੇ ਸਰੀਰ ਦੀ ਉਮਰ ਹੁਣ 2 ਸਾਲ 7 ਮਹੀਨੇ ਰਹਿ ਗਈ ਹੈ। ਹਿਰਦਾ ਸੰਤ ਹੈ ਦਾਸ ਕੋ, ਮਤ ਸਰਹੀਨ ਵਿਸਾਲ। ਤੇਰੇ ਦਾਸ ਦਾ ਹਿਰਦਾ ਸ਼ੁੱਧ ਹੈ, ਈਰਖਾ ਤੋਂ ਰਹਿਤ ਹੈ। ਮਤਸਰ ਈਰਖਾ ਤੋਂ ਰਹਿਤ ਹੈ, ਇਹ ਰਖਾਲੂ ਨਹੀਂ ਹੈ। ਉੱਚੀ ਅਵਸਥਾ ਬਣ ਗਈ ਤੇਰੇ ਤੋਂ ਇਹਦੀ, ਪਰ ਈਰਖਾ ਨਹੀਂ ਕਰਦਾ ਇਹ। ਇਹਦਾ ਹਿਰਦਾ ਹੁਣ ਸ਼ੁੱਧ ਹੋ ਗਿਆ ਹੈ। ਚੌਪਈ ਸ਼੍ਰੀ ਅੰਗਦ ਸੁਨੀਏ ਗਤ ਦੇਨਾ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ, ਸੁਣੋ ਗਤ ਦੇਨਾ, ਗਤੀ ਦੇਣ ਵਾਲੇ। ਭਾਈ ਬਾਲਾ ਜੀ ਕਹਿਣਗੇ ਸੁਣੋ ਗੁਰੂ ਅੰਗਦ ਦੇ ਮਹਾਰਾਜ ਜੀ। ਮੁਝ ਸੋ ਕਹਿਤ ਭਏ ਪੁਨ ਬਹਿਨਾ। ਤੇ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਮੁਝ ਸੋ ਭਾਈ ਬਾਲਾ ਜੀ ਨੂੰ ਬਚਨ ਆਖਿਆ, ਮਰਦਾਨੇ ਕੋ ਛੁਦਾ ਸੰਤਾਵੈ। ਬਾਲਾ ਜੀ ਦੇਖੋ ਮਰਦਾਨੇ ਵੱਲ ਕੀ ਹਾਲ ਬਣਿਆ ਇਹਦਾ, ਇਹਨੂੰ ਭੁੱਖ ਲੱਗ ਰਹੀ ਏ, ਸਾਡੇ ਬਚਨ ਤਾਂ ਸੁਣ ਰਿਹਾ, ਧਿਆਨ ਇਹਦਾ ਲੰਗਰ ਵੱਲ, ਲੰਗਰ ਕਦੋਂ ਮਿਲੇਗਾ। ਪਰ ਬਾਲਾ ਜੀ ਦੇਖੋ ਮਰਦਾਨਾ ਜੀ ਨੂੰ ਭੁੱਖ ਸੰਤਾ ਰਹੀ ਹੈ। ਦੇਹੋ ਆਹਾਰ ਖਾਏ ਤ੍ਰਿਪਤਾਵੈ। ਲੰਗਰ ਪਹਿਲਾਂ ਇਹਨੂੰ ਦਵੋ, ਇਹਨੂੰ ਛਕਾਓ, ਇਹਦਾ ਢਿੱਡ ਭਰੋ, ਇਹਨੂੰ ਤ੍ਰਿਪਤ ਕਰੋ। ਮਾਨ ਬਚਨ ਮੈਂ ਦੀਨ ਆਹਾਰਾ। ਤੇ ਭਾਈ ਬਾਲਾ ਜੀ ਕਹਿਣ ਲੱਗੇ ਸੁਣੋ ਗੁਰੂ ਅੰਗਦ ਦੇਵ ਮਹਾਰਾਜ ਜੀ। ਫਿਰ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਮੈਂ ਮੰਨਿਆ ਤੇ ਮੰਨ ਕੇ ਉਹ ਪ੍ਰਸ਼ਾਦਾ ਪਹਿਲਾਂ ਛਕਾਇਆ ਭਾਈ ਮਰਦਾਨਾ ਜੀ। ਲੋ ਛਕੋ, ਤੁਸੀਂ ਛਕੋ ਮਹਾਤਮਾ ਜੀ। ਮਹਾਤਮਾ ਜੀ ਪੁਰਖ ਸਨ ਖਾਲਸਾ ਜੀ ਮਰਦਾਨਾ ਜੀ, ਆਮ ਕੋਈ ਪੁਰਖ ਨਹੀਂ ਖਾਲਸਾ ਜੀ, ਜਿਹਨੇ ਸਭ ਤੋਂ ਜ਼ਿਆਦਾ ਸੰਗਤ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਇਹ ਅਸਲ ਮਹਾਪੁਰਖ ਹਨ, ਅਸਲ ਪਰਮੇਸ਼ਰ ਦੋ ਇਹ ਹਨ ਖਾਲਸਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀਤੀ। ਗੁਰੂ ਨਾਨਕ ਪਾਤਸ਼ਾਹ ਵਰਗੇ ਬਣ ਗਏ ਖਾਲਸਾ ਜੀ।
ਤੇ ਪਹਿਲਾ ਪ੍ਰਸ਼ਾਦਾ ਛਕਾਇਆ ਭਾਈ ਮਰਦਾਨਾ ਜੀ ਨੂੰ। ਮధుਰ ਅਸਨ ਜਿਹ ਸਾਧ ਅਪਾਰਾ। ਬੜੇ ਸੋਹਣੇ ਖਾਲਸਾ ਜੀ ਸਵਾਦ ਵੀ ਵਾਲੇ ਲੰਗਰ ਪ੍ਰਸ਼ਾਦਾ ਸੀ, ਬਹੁਤ ਮਿਠਾਈ ਸੀ, ਬਹੁਤ ਵਧੀਆ ਸਬਜ਼ੀ ਸੀ। ਕਰ ਲਾਲਚ ਖਾਵਾ ਮਨ ਭਾਇਓ। ਤੇ ਬੜੇ ਪ੍ਰੇਮ ਭਾਵਨਾ ਨਾਲ ਸਵਾਦ ਨਾਲ ਇਹਨੇ ਉਹ ਲੰਗਰ ਛਕਿਆ, ਮਨ ਭਾਉਂਦਾ। ਪੂਰੇ ਉਦਰ ਬਹੁ ਤਬ ਤ੍ਰਿਪਤਾਇਓ। ਜਦੋਂ ਢਿੱਡ ਭਰ ਗਿਆ ਕਹਿੰਦਾ ਹਾਂ ਮਹਾਰਾਜ ਅੱਜ ਗੱਲ ਬਣ ਗਈ, ਬਸ ਅੱਜ ਢਿੱਡ ਭਰ ਗਿਆ। ਤਾਂ ਮਰਦਾਨਾ ਖੁਸ਼ ਹੋਇਆ। ਸ਼ਾਹ ਬਿਨੈ ਕਰ ਪੰਕਜ ਬਦਨੰ। ਤੇ ਉਸ ਸ਼ਾਹ ਨੇ, ਸ਼ਾਹੂਕਾਰ ਨੇ, ਸਾਲਸ ਰਾਏ ਜੋਹਰੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਉੱਤੇ ਮੱਥਾ ਟੇਕਿਆ ਹੈ। ਲੈ ਤਬ ਗਮਨਿਓ ਆਪਣੇ ਸਦਨੰ। ਤੇ ਆਗਿਆ ਲੈ ਕੇ ਮਹਾਰਾਜ ਤੋਂ ਆਪਣੇ ਘਰ ਚਲਾ ਗਿਆ। ਖਾਲਸਾ ਜੀਓ ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਆਗਿਆ ਲੈ ਕੇ ਗਿਆ। ਬਾਦਸ਼ਾਹ ਜੀ ਆਗਿਆ ਦਿਓ, ਹੁਣ ਮੈਂ ਆਪਣੇ ਘਰ ਜਾਵਾਂ। ਕਿਤਕ ਦਿਵਸ ਤੇ ਨਗਰ ਮਝਾਰਾ। ਤੇ ਕੁਝ ਦਿਨ ਮਹਾਰਾਜ ਉਹਦੇ ਨਗਰ ਵਿੱਚ ਹੀ ਰਹੇ। ਕੀਨ ਰਹਿਨ ਅਪਵਰਗ ਉਦਾਰਾ। ਐਸੇ ਅਪਵਰਗ ਉਦਾਰਾ ਮੁਕਤੀ ਦੇ ਦਾਤੇ, ਮੁਕਤੀ ਦਾਨ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਕੁਝ ਦਿਨ ਉੱਥੇ ਹੀ ਰਹੇ। ਤੇ ਉੱਥੋਂ ਪਾਤਸ਼ਾਹ ਹੁਣ ਕਿਵੇਂ ਉਸ ਤੋਂ ਵਿਦਾਇਗੀ ਲੈ ਕੇ ਸਾਰੇ ਪਰਿਵਾਰ ਨੂੰ, ਸਾਰੇ ਦੁਨੀਆ ਨੂੰ ਪਾਰ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਹੁਣ ਹੋਰ ਦੁਨੀਆ ਨੂੰ ਪਾਰ ਕਰਨਗੇ, ਸਮੁੰਦਰਾਂ ਵੱਲ ਜਾਣਗੇ। ਪਸ਼ੂਆਂ ਨੂੰ, ਪੰਛੀਆਂ ਨੂੰ, ਮੱਛੀਆਂ ਨੂੰ, ਮੱਛ ਦਾ ਉਧਾਰ ਕਰਨਗੇ। ਉਹ ਖਾਲਸਾ ਜੀ ਕਥਾ ਆਪ ਜੀ ਅਗਲੇ ਪ੍ਰਕਰਨਾਂ ਵਿਖੇ ਸਰਵਣ ਕਰਨਾ। ਇਹ ਸਾਲ ਸਰਾਏ ਤੋਂ ਬਾਅਦ ਇਹਦਾ ਨੌਕਰ ਸੀ ਅਧਰਕਾ, ਉਹ ਖਾਲਸਾ ਜੀ ਮੰਜੀ ਤੇ ਬੈਠਾ। ਸਾਲ ਸਰਾਏ ਦੀ ਜਿਹੜੀ ਔਲਾਦ ਸੀ ਉਹ ਖਾਲਸਾ ਰਾਜਾ ਫਤਿਹ ਚੰਦ, ਰਾਣੀ ਮੈਣੀ ਉਹ ਰਹੇ। ਤੇ ਅਧਰਕੇ ਦੀ ਖਾਲਸਾ ਔਲਾਦ ਵੀ ਉੱਥੇ ਸ੍ਰੀ ਤਖਤ ਪਟਨਾ ਸਾਹਿਬ, ਉੱਥੇ ਖਾਲਸਾ ਅਜੇ ਵੀ ਸੇਵਾ ਕਰਦੀ। ਖਾਲਸਾ ਜੀ ਉਹਨਾਂ ਦੇ ਅੰਸ਼ ਬੰਸ ਦੇ ਸਾਰੇ ਜੀ ਖਾਲਸਾ ਉਹ ਵੀ ਉੱਚੀ ਪਦਵੀ ਦੇ ਮਾਲਕ ਰਹੇ, ਉਹ ਵੀ ਮਸੰਦ ਰਹੇ, ਉਹ ਵੀ ਸੇਵਾ ਕਰਦੇ ਰਹੇ। ਖਾਲਸਾ ਜੀ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਦੋਵਾਂ ਦਾ ਬੇੜਾ ਪਾਰ ਕੀਤਾ। ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਇੱਥੇ ਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੋਇਆ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਇੱਥੇ ਚਰਨ ਪਾਏ। ਐਸੇ ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਸਭ ਤੇ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਪਾਤਸ਼ਾਹ ਨਾਮ ਰਸ, ਆਤਮ ਰਸ, ਨਿਵਰਤਾ ਭਾਵਨਾ, ਸਹਿਜ ਰਸ ਪ੍ਰਦਾਨ ਕਰਨ। ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਹੇ ਅਚੁੱਤ ਹੇ ਪਾਰ ਬ੍ਰਹਮ ਅਗਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਪੰਜਨ ਗੁਣ ਦਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾਕੈ ਸਦਾ ਬਿਬੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਧਾਰਾ ਆਧਾਰ। ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ ਰਾਖੋ ਹੀਆ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਚੜ੍ਹੇ ਹੈ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।